बस I was born in a Punjabi family, typical Sikh Punjabi family. So मेरी मदर एक बहुत ਵੱਡੇ ड्रीमर ਸੀ। ਜਦੋਂ ਤੁਸੀਂ ਕੋਈ ਐਸਾ ਕੰਮ ਜਾਂ ਡਾਂਸ, ਮੇਰੇ ਕੇਸ 'ਚ ਡਾਂਸ ਹੈ, ਤਾਂ ਜਿੱਦਾਂ ਕਿ ਹਰ ਇੱਕ ਇਨਸਾਨ ਦੇ ਅੰਦਰ ਕੁਝ ਐਸੀ ਚੀਜ਼ ਹੁੰਦੀ ਹੈ ਜਿਹੜੀ ਜਿਹਦੇ ਨਾਲ ਉਹ ਕਨੈਕਟ ਕਰਦਾ ਹੈ। ਕੋਈ ਐਸੀ ਚੀਜ਼ ਹੈ ਜਿਹਦੇ ਨਾਲ ਉਹ ਇਨਸਾਨ ਰੀਅਲੀ ਆਪਣੀ ਆਤਮਾ ਨਾਲ ਤੋਂ ਕਨੈਕਟ ਕਰਦਾ ਹੈ। ਉਹ ਚੀਜ਼ ਤੁਹਾਨੂੰ ਮਿਲ ਜਾਂਦੀ ਹੈ ਨਾ, ਫਿਰ ਤੁਸੀਂ ਵਰੀਜ਼ ਨਹੀਂ ਕਰੋਗੇ, ਤੁਸੀਂ ਏਜਿੰਗ ਨਹੀਂ ਕਰੋਗੇ। ਯੂ ਆਲਵੇਜ਼ ਬੀ ਯੰਗ। माधो 1, माधो 2, माधो 3, माधो 4, माधो 5, 6, पीछे जाना चाहिए था, 5, 6, 1 2 3, 1 2 3, 1 2 and 3। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ। ਮੈਂ ਜਿੰਨੀ ਮਰਜਾਣੀ ਤੇ ਦੋਸਤੋ ਤੁਹਾਡੇ ਵਾਸਤੇ ਇੱਕ ਬਹੁਤ ਹੀ ਖੂਬਸੂਰਤ ਨਵਾਂ ਸ਼ੋਅ ਲੈ ਕੇ ਮੈਂ ਹਾਜ਼ਰ ਹੋ ਗਈ ਹਾਂ ਅੱਜ। ਤੇ ਨਵਾਂ ਸ਼ੋਅ ਜਿਹੜਾ ਹੈਗਾ ਆ ਵੂਮਨ ਇਨਪਾਵਰਮੈਂਟ ਉੱਪਰ ਆ। ਤੇ ਅੱਜ ਸਾਡੇ ਨਾਲ ਬਹੁਤ ਹੀ ਖੂਬਸੂਰਤ ਸ਼ਖਸੀਅਤ ਜਤਿੰਦਰ ਅਰੋੜਾ ਨਈਅਰ ਜੀ ਆ। ਤੇ ਉਹਨਾਂ ਦੀ ਲਾਈਫ ਦੀ ਜਰਨੀ ਜਿਹੜੀ ਹੈਗੀ ਆ, ਉਹਨਾਂ ਦੀ ਗੱਲਬਾਤ ਅੱਜ ਕਰਾਵਾਂਗੇ ਤੁਹਾਨੂੰ ਇੰਟਰੋਡਿਊਸ ਤੇ ਕਰਦੇ ਹਾਂ। ਦੋਸਤੋ ਸਵਾਗਤ ਹੈ ਜਤਿੰਦਰ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਧੰਨਵਾਦ, ਸ਼ੁਕਰੀਆ ਸਾਨੂੰ ਆਪਣੇ ਇਸ ਖੂਬਸੂਰਤ ਘਰ ਦੇ ਵਿੱਚ ਸੱਦਾ ਦੇਣ ਵਾਸਤੇ। ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਜਤਿੰਦਰ ਜੀ, ਤੁਹਾਡਾ ਨਾਂ ਜਿਹੜਾ ਬਹੁਤ ਹੀ ਇੰਟਰਸਟਿੰਗ ਆ, ਪੰਜਾਬੀ ਵੀ ਆ ਤੇ ਆਪਾਂ ਕਹਿ ਲਈਏ ਸਾਊਥ ਏਸ਼ੀਅਨ ਵੀ ਆ। ਤੇ ਇਹਦੇ ਮਗਰ ਪਹਿਲਾਂ ਤਾਂ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਨਾਂ ਜਿਹੜਾ ਆ ਕਿੱਦਾਂ ਤੇ ਕਿਉਂ ਪਿਆ? क्योंकि मैं एक सिख फैमिली तो हाँ, तो इस करके मेरा नाम जो जतिंदर अरोड़ा, मेरे पेरेंट्स दा सरनेम। आफ्टर मैरिज नैयर, आई मैरिड टू अ नैयर फैमिली, तो जतिंदर इट बिकेम जतिंदर अरोड़ा नैयर। ठीक है। ते ਆਪਣਾ ਜਿੱਦਾਂ ਕਹਿ ਲਈਏ ਪੰਜਾਬੀ ਜਿਹੜਾ ਕਲਚਰ ਹੈਗਾ, ਸਪੈਸ਼ਲੀ ਪੰਜਾਬ ਦੇ ਵਿੱਚ ਜੇ ਆਪਾਂ ਹੋਈਏ, ਚਲੋ ਵੱਡੇ ਸ਼ਹਿਰਾਂ 'ਚ ਜਦੋਂ ਆਪਾਂ ਹੋਈਦਾ ਤੇ ਇਹਨਾਂ ਚੀਜ਼ਾਂ ਨੂੰ ਲੋਕ ਜਿਹੜੇ ਹੈਗੇ ਇੰਨਾ ਨਹੀਂ ਲੈਂਦੇ। ਸਪੈਸ਼ਲੀ ਪੰਜਾਬ ਦੇ ਵਿੱਚ ਜਿੱਦਾਂ ਆਪਾਂ ਕਹਿ ਲਈਏ ਆਊਟ ਆਫ ਰਿਲੀਜਨ, ਆਊਟ ਆਫ ਕਾਸਟ ਜਦੋਂ ਮੈਰਿਜ ਹੁੰਦੀਆਂ ਆ ਤੇ ਬਹੁਤ ਪ੍ਰੋਬਲਮ ਆਉਂਦੀਆਂ। ਤੇ ਤੁਹਾਡੀ ਤਾਂ ਜੇ ਆਪਾਂ ਕਹਿ ਲਈਏ ਕਿ ਇੱਥੋਂ ਪੰਜਾਬ ਦੇ ਵਿੱਚੋਂ ਉੱਠ ਕੇ ਡਾਊਨ ਸਾਊਥ ਦੇ ਵਿੱਚ ਜਿਹੜੇ ਕਨੈਕਸ਼ਨ ਹੈਗੇ ਆ, ਕਿੱਦਾਂ ਤੁਹਾਡੀ ਮੁਲਾਕਾਤ ਕਿੱਦਾਂ ਹੋਈ? ਨਹੀਂ ਪਹਿਲਾਂ ਤਾਂ ਤੁਹਾਡੇ ਆਪਣੇ ਹਸਬੈਂਡ ਦਾ ਨਾਂ ਦੱਸੋ, ਪਿਆਰਾ ਜਿਹਾ ਵੀ ਨਾਂ ਕੀ ਉਹਨਾਂ ਦਾ? He is also, I mean, Nayyars are Punjabi Khatris only, they're not South Indian. Okay. काफी लोग मैंने एक क्वेश्चन बहुत ज़्यादा पूछा जाता है मेरे को, but I would like to clear कि there is a difference between Nayyar and Nayyar. Okay. So Nayyars are South Indian, typical South Indian, Tamilians, and Nayyars are Punjabi Khatris. ਤੇ ਦੋਸਤੋ ਮੇਰੇ ਵਾਸਤੇ ਤਾਂ ਇਹ ਨਾਂ ਮੈਨੂੰ ਇੱਦਾਂ ਲੱਗਾ ਸੀਗਾ ਕਿ ਸਾਊਥ ਏਸ਼ੀਅਨ ਹੈਗਾ, ਤਾਂ ਕਰਕੇ ਆਪਾਂ ਕਲੀਅਰ ਕਰਨਾ ਤੁਹਾਡੇ ਨਾਲ ਜਾਇਜ਼ ਸਮਝਿਆ ਹੈਗਾ। ਤੇ ਹਾਂਜੀ, ਫਿਰ ਕਿੱਦਾਂ ਮੁਲਾਕਾਤ ਹੋਈ ਇਹਨਾਂ ਦੇ ਨਾਲ? It was an arranged marriage. ਅੱਛਾ। ਮੁਲਾਕਾਤ ਤੇ ਪੇਰੈਂਟਸ ਦੇ ਥਰੂ ਹੀ ਹੋਈ। It was an arranged marriage. Okay. So ਅਸੀਂ ਬਸ ਜਿਵੇਂ ਇੱਕ ਟਿਪੀਕਲ ਰੋਕਾ ਦੇ ਟਾਈਮ ਦੇਖਣ ਦਿਖਾਈ ਹੁੰਦੀ, ਉਸ ਤਰ੍ਹਾਂ ਹੀ ਹੋਇਆ ਸਾਰਾ ਕੁਝ। ਔਰ ਜਿੱਦਾਂ ਟਿਪੀਕਲ ਇੱਕ ਮੈਰਿਜ ਵਿੱਚ, ਅਰੇਂਜ ਮੈਰਿਜ ਵਿੱਚ ਹੁੰਦਾ। ਓਕੇ। ਤੇ ਹਾਂਜੀ, ਤੁਹਾਡੇ ਹਸਬੈਂਡ ਦਾ ਨਾਮ? ਉਹਨਾਂ ਦਾ ਨਾਮ ਗੁਰਮੀਤ ਨਈਅਰ ਹੈ। ਠੀਕ ਹੈ। ਔਰ ਚੰਡੀਗੜ੍ਹ ਤੋਂ ਹੈ ਉਹ ਲੋਕ। ਹੀ ਇਜ਼ ਅ ਬੈਂਕਰ। ਓਕੇ। ਤੇ ਇਹ ਜਿੱਦਾਂ ਲਾਈਫ ਦੀ ਜਰਨੀ ਹੈਗੀ ਆ ਜਿਹੜੀ ਵਿਆਹ ਤੋਂ ਪਹਿਲਾਂ ਦੀ, ਜਿੱਦਾਂ ਜਦੋਂ ਜਸਵਿੰਦਰ ਅਰੋੜਾ ਹੀ ਸੀ ਤੁਸੀਂ, ਉਦੋਂ ਦੀ ਲਾਈਫ ਜਿਹੜੀ ਆਪਣੀ ਕਰੋ ਥੋੜੀ ਸ਼ੇਅਰ ਸਾਡੇ ਨਾਲ। ਬਸ I was born in a Punjabi family, typical Sikh Punjabi family. So मेरी mother एक बहुत ਵੱਡੇ dreamer ਸੀ, and a very
multi dimensional personality, all rounder you can say. She was into everything, dancing, cooking, singing, any art name, you just name any art form or any talent and she has that. So ਸ਼ਾਇਦ ਉਹਨਾਂ ਦੇ ਸੁਪਨਿਆਂ ਕਰਕੇ ਹੀ ਅਸੀਂ ਜੋ ਉਹਨਾਂ ਦੇ ਬੱਚੇ ਅੱਜ ਜਿੱਥੇ ਵੀ ਹੈ, ਅਸੀਂ ਉਹਨਾਂ ਦੇ ਸੁਪਨਿਆਂ ਕਰਕੇ, ਉਹਨਾਂ ਨੇ ਸਾਨੂੰ ਇੱਕ ਸੁਪਨੇ ਦੇਖਣੇ ਜਿਵੇਂ ਕਹਿ ਲਓ ਸਿਖਾਏ। ਸ਼ਾਇਦ ਉਹਨਾਂ ਦੇ ਸੁਪਨੇ, ਉਹਨਾਂ ਨੂੰ ਸ਼ੌਂਕ ਬਹੁਤ ਜ਼ਿਆਦਾ ਸੀ ਕਿ ਮੇਰੇ ਬੱਚੇ ਹਰ ਚੀਜ਼ ਸਿੱਖਣ, ਤੇ ਉਹਨਾਂ ਦੇ ਸ਼ਾਇਦ ਸੁਪਨੇ ਕਰਕੇ ਇੱਕ ਛੋਟੀ ਜਿਹੀ ਜਗ੍ਹਾ ਤੋਂ ਮੈਂ ਕੱਥਕ ਵਰਗੀ ਇੱਕ ਚੀਜ਼ ਦਾ ਮੈਨੂੰ ਸਿੱਖਣ ਨੂੰ ਮਿਲੀ। ਸ਼ਾਇਦ ਉਹਨਾਂ ਦੀ ਖਿੱਚ ਸੀ। ਤੇ ਤੁਸੀਂ ਗੱਲ ਕੀਤੀ ਮੋਗੇ ਦੀ, ਤੇ ਮੋਗੇ ਦੇ ਮੇਨ ਸ਼ਹਿਰ ਦੇ ਵਿੱਚ ਸੀ ਜਾਂ ਕਿਸੇ ਪਿੰਡ ਵਿੱਚ, ਜਾਂ ਕਿੱਥੋਂ ਦੀ ਤੁਹਾਡੀ? ਮੋਗੇ ਦੇ ਨੇੜੇ ਇੱਕ ਛੋਟਾ ਕਸਬਾ ਧਰਮਕੋਟ। ਸੋ ਉੱਥੇ ਮੇਰੀ ਜਿਹੜੀ ਕੱਥਕ ਦੀ ਸ਼ੁਰੂਆਤ, ਮੇਰਾ ਬਚਪਨ ਉੱਥੇ ਬੀਤਿਆ, ਔਰ ਕੱਥਕ ਦਾ ਐਕਸਪੋਜ਼ਰ, ਪਹਿਲਾ ਲੈਸਨ ਮੈਂ ਆਪਣੇ ਕੱਥਕ ਦਾ ਜ਼ਿੰਦਗੀ ਦਾ ਉੱਥੋਂ ਹੀ ਲਿਆ। ਤੇ ਕੀ ਜਿੱਦਾਂ ਰੀਜਨ ਸੀ ਜਾਂ ਕੀ ਸੀਗਾ ਕਿ ਜਿਹਦਾ ਤੁਸੀਂ ਕੱਥਕ ਦੇ ਨਾਲ ਜੁੜੇ? ਬਸ ਜਿਸ ਤਰ੍ਹਾਂ ਸਾਡੇ ਸਕੂਲ ਦੇ ਵਿੱਚ ਹੀ ਸਾਡੇ ਜੋ ਪ੍ਰਿੰਸੀਪਲ ਮੈਮ ਸੀ ਸਾਡੇ ਸਕੂਲ ਦੇ, ਮੈਂ 7th ਕਲਾਸ ਵਿੱਚ ਸੀ ਉਦੋਂ, 7th ਗ੍ਰੇਡ 'ਚ। ਸੋ ਸਾਡੇ ਪ੍ਰਿੰਸੀਪਲ, ਸ਼ੀ ਵਾਜ਼ ਅ ਟ੍ਰੇਨਡ ਕੱਥਕ ਡਾਂਸਰ। ਸੋ ਉਹਨਾਂ ਨੇ ਐਜ਼ ਵੋਲੰਟਰੀਲੀ ਇੱਕ one class per week ਉਹ ਲੈਂਦੇ ਸੀ। ਸੋ ਜੋ ਵੀ ਇੰਟਰਸਟਿਡ ਬੱਚੇ ਕੱਥਕ ਲਈ। ਸੋ ਉਹ ਪਹਿਲਾ ਦਿਨ ਸੀ ਐਸਾ, ਪਹਿਲਾ ਦਿਨ ਕੱਥਕ ਦਾ ਇੱਕ ਲੈਸਨ ਮੈਂ ਲਿਆ। ਸੋ ਮੈਂ ਬਿਆਨ ਨਹੀਂ ਕਰ ਸਕਦੀ ਆਪਣੀ ਉਸ ਫੀਲਿੰਗ ਨੂੰ ਕਿ ਕਿਸ ਤਰ੍ਹਾਂ ਮੇਰੇ ਸਾਹਮਣੇ ਜਿੱਦਾਂ ਕੁਝ ਬਹੁਤ ਵੱਡਾ, ਬਹੁਤ ਸੋਹਣਾ ਅਨਪੈਕ ਹੋਇਆ ਹੈ ਨਾ। ਆਈ ਵਾਜ਼ ਇਨ ਲਵ ਵਿਦ ਦਿਸ ਆਰਟ ਫਾਰਮ ਕਿ ਮੈਨੂੰ ਇਹ ਲੱਗਿਆ ਕਿ ਮੈਨੂੰ ਪਤਾ ਨਹੀਂ ਕੀ ਮਿਲ ਗਿਆ। ਸੋ ਉਸ ਦਿਨ ਤੋਂ ਲੈ ਕੇ ਅੱਜ ਤੱਕ this love continues, and every day I thank God for giving me this, for gifting me this with this art form. ਤੇ ਜਿੱਦਾਂ ਆਪਾਂ ਕਹ ਲਈਏ ਕਿ ਨੋਰਮਲੀ ਜਿਹੜੀ ਹੈ ਜਦੋਂ ਮੈਰਿਜ ਹੋ ਜਾਂਦੀ ਹੈ ਸਪੈਸ਼ਲੀ ਲੜਕੀ ਦੀ, ਤੇ ਉਸ ਤੋਂ ਬਾਅਦ ਚੇਂਜਿਸ ਬਹੁਤ ਆਉਂਦੀਆਂ ਲਾਈਫ ਦੇ ਵਿੱਚ। ਇਨਲੌਸ ਜਿਹੜੇ ਹੁੰਦੇ ਆ, ਕਈ ਵਾਰ ਜਿਹੜੀਆਂ ਥੋੜੀਆਂ ਆਪਾਂ ਕਹ ਲਈਏ ਸ਼ੌਕ ਹੁੰਦੇ ਆ, ਉਹਨੂੰ ਅਸੀਂ ਕੰਟੀਨਿਊ ਕਰਨਾ ਚਾਹੁੰਦੇ ਹਾਂ, ਜਾਂ ਭਾਵੇਂ ਪੜ੍ਹਾਈ ਵੀ ਜੇਕਰ ਨਹੀਂ ਪੂਰੀ ਹੋਈ ਹੁੰਦੀ, ਤੇ ਜੇਕਰ ਤੁਸੀਂ ਆਫਟਰ ਮੈਰਿਜ ਉਹ ਕਰਨਾ ਚਾਹੁੰਦੇ, ਚੀਜ਼ਾਂ ਜਿਹੜੀਆਂ ਕਈ ਵਾਰ ਇੰਪੋਸੀਬਲ ਹੋ ਜਾਂਦੀਆਂ, ਚਾਹੇ ਉਹ ਆਪਣੀ ਫੈਮਿਲੀ ਨੂੰ ਲੈ ਕੇ ਜਾਂ ਕੁਛ ਵੀ ਲੈ ਕੇ, ਕਈ ਕਾਰਨ ਹੁੰਦੇ ਆ ਕਿ ਉਹ ਆਪਾਂ ਕੰਟੀਨਿਊਸ ਨਹੀਂ ਕਰ ਸਕਦੇ। ਕੀ ਮੈਰਿਜ ਤੋਂ ਬਾਅਦ ਵੀ ਫਿਰ ਤੁਸੀਂ ਇਹ ਕੰਟੀਨਿਊ ਰੱਖਿਆ? ਬਿਲਕੁਲ, ਮੈਂ ਫਿਰ ਰੱਬ ਦਾ ਸ਼ੁਕਰ ਇੱਥੇ ਕਰਾਂਗੀ ਕਿ ਮੈਨੂੰ ਜੋ ਪਰਿਵਾਰ ਮਿਲਿਆ, ਵਿਆਹ ਤੋਂ ਬਾਅਦ ਜੋ ਪਰਿਵਾਰ ਮਿਲਿਆ, ਉਹ ਬਹੁਤ ਹੀ ਸਪੋਰਟਿਵ ਹੈ। ਮੇਰੇ ਫਾਦਰ ਇਨ ਲਾ ਜੋ ਇਸ ਦੁਨੀਆ 'ਚ ਨਹੀਂ ਹੈ, ਪਰ ਉਹਨਾਂ ਨੂੰ ਬਹੁਤ ਯਾਦ ਕਰਦੇ ਅਸੀਂ। ਮੇਰੇ ਫਾਦਰ ਇਨ ਲਾ ਬਹੁਤ ਹੀ ਇੱਕ ਜਿਵੇਂ ਈਜ਼ੀ ਗੋਇੰਗ ਪਰਸਨ, ਕਦੀ ਰਿਸਟ੍ਰਿਕਸ਼ਨਸ। ਮੇਰੇ ਮਦਰ ਇਨ ਲਾ, ਫਾਦਰ ਇਨ ਲਾ, they are like my own parents. So ਉਹਨਾਂ ਨੇ ਕਦੀ ਕਿਸੇ ਚੀਜ਼ ਦੀ, ਲਾਈਕਵਾਈਜ਼ ਮੇਰੇ ਹਸਬੈਂਡ ਵੀ, ਸੋ ਕਿਸੇ ਤਰੀਕੇ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਸੀ, ਔਰ ਅਦਰ ਸਪੋਰਟ ਸੀ ਪੂਰਾ। ਜਦੋਂ ਮੇਰਾ ਇੱਕ ਤਰ੍ਹਾਂ ਨਾਲ ਮੈਂ ਵਾਪਸ ਡਾਂਸ ਦੇ ਵਿੱਚ ਆਈ, ਤਾਂ ਜੋ ਮੇਰਾ ਪਹਿਲਾ ਕੰਪੀਟੀਸ਼ਨ, ਪਹਿਲਾ ਪ੍ਰੋਗਰਾਮ ਸੀ, ਮੇਰੇ ਫਾਦਰ ਇਨ ਲਾ ਇੰਨੇ ਐਕਸਾਈਟਿਡ ਸੀ ਮੇਰਾ ਉਹ ਰਿਜ਼ਲਟ ਜਾਣਨ ਲਈ ਕੀ ਬਣਿਆ। ਸੋ ਉਹ ਇੱਕ ਜਦੋਂ ਤੁਹਾਨੂੰ ਘਰ ਦੇ ਅੰਦਰ ਉਹ ਚੀਜ਼, ਇੱਕ ਸਪੋਰਟਿਵ ਐਨਵਾਇਰਨਮੈਂਟ ਮਿਲਦਾ ਹੈ, ਇੱਕ ਕੋਆਪਰੇਸ਼ਨ ਮਿਲਦੀ ਹੈ, ਇੱਕ ਐਂਥੂ ਮਿਲਦਾ ਹੈ, ਸੋ ਤੁਸੀਂ ਆਪਣੇ ਆਪ ਅੱਗੇ ਵੱਧਦੇ ਜਾਂਦੇ। ਸੋ ਆਈ ਵਾਸ ਲੱਕੀ ਟੂ ਹੈਵ ਪੇਰੈਂਟਸ। ਮੇਰੇ ਆਪਣੇ ਪੇਰੈਂਟਸ ਵੀ ਬਹੁਤ ਸਪੋਰਟਿਵ ਸੀ, ਮੇਰੇ ਇਨ-ਲॉज ਵੀ ਬਹੁਤ ਸਪੋਰਟਿਵ। ਸੋ ਅਗੇਨ ਥੈਂਕ ਗॉड ਫॉर दैट। ਤੇ ਜਿੱਦਾਂ ਕੱਥਕ ਡਾਂਸ, ਜਿੱਦਾਂ ਹੁਣ ਪੰਜਾਬੀ ਆਪਾਂ ਭੰਗੜਾ ਕਹਿ ਲਈਏ ਜਾਂ ਬਾਕੀ ਡਾਂਸ ਜਿੰਨੇ ਆ, ਉਹ ਥੋੜੇ ਆਪਾਂ ਕਹਿ ਲਈਏ ਕਿ ਸਿੱਖਣੇ ਵੀ ਈਜ਼ੀ ਹੋ ਜਾਂਦੇ ਆ। ਤੇ ਕੱਥਕ ਜਦੋਂ ਤੁਸੀਂ ਸਟਾਰਟ ਕੀਤਾ ਆ, ਕਿੰਨੀਆਂ ਕਿ ਤੁਹਾਨੂੰ ਸਿੱਖਣ ਵਿੱਚ ਮੁਸ਼ਕਲਾਂ ਆਈਆਂ? ਬਸ ਕਹਿ ਲਓ ਜ਼ਰੂਰ ਮਿਹਨਤ, ਜ਼ਰੂਰ ਇਹ ਬਹੁਤ ਮੁਸ਼ਕਿਲ ਥੋੜੇ ਜਿਹੇ ਡਾਂਸ ਫਾਰਮਸ ਹੈ, ਬਹੁਤ ਪੁਰਾਣੀ ਆਰਟ ਫਾਰਮਸ ਹੈ, ਔਰ ਉਹਨਾਂ ਨੂੰ ਸਟੈਪ ਬਾਈ ਸਟੈਪ ਔਰ ਬੜੀ ਲੰਬੀ ਜਰਨੀ ਹੁੰਦੀ ਹੈ, ਸਿੱਖਣਾ ਪੈਂਦਾ। ਪਰ ਜਦੋਂ ਤੁਸੀਂ ਚਾਹ ਨਾਲ ਕੁਝ ਕਰਦੇ ਹੋ, ਤੁਹਾਨੂੰ ਕੁਝ ਔਖਾ ਨਹੀਂ ਲੱਗਦਾ। ਤਾਂ ਚਾਹ ਦੇ ਨਾਲ ਕਰਦੇ ਕਰਦੇ ਨਾ ਥਕਾਨ ਹੁੰਦੀ ਹੈ, ਕੁਝ ਔਖਾ ਨਹੀਂ ਲੱਗਦਾ, ਔਰ ਤੁਸੀਂ ਉਸ ਜਰਨੀ ਨੂੰ ਇੰਜੋਏ ਕਰਦੇ ਹੋ। ਬਾਕੀ ਮੈਂ ਪੰਜਾਬ ਦੇ ਵਿੱਚ ਰਹਿ ਕੇ ਇਹ ਬਹੁਤ ਅੱਛਾ, ਮੇਰੀ ਭੰਗੜੇ ਦੀ ਵੀ ਬੜੀ ਬਹੁਤ ਟ੍ਰੇਨਿੰਗ ਹੋਈ ਹੈ। ਉਸਤਾਦ ਮੇਜਰ ਸਿੰਘ ਢੋਲੀ,
ਉਹ ਇਸ ਦੁਨੀਆ 'ਚ ਨਹੀਂ ਹੈ ਹੁਣ, ਬਟ ਉਹਨਾਂ ਤੋਂ ਮੈਂ ਟ੍ਰੇਨਿੰਗ ਲਈ ਹੈ ਆਪਣੀ ਭੰਗੜੇ ਦੀ। ਤੇ ਠੀਕ ਹੈ, ਭੰਗੜਾ ਵੀ ਆਉਂਦਾ ਆ? ਹਾਂਜੀ, ਭੰਗੜੇ ਵੀ। ਫਿਰ ਤਾਂ ਜਿੱਦਾਂ ਕਹਿੰਦੇ ਹੁੰਦੇ ਆ ਮਿਕਸ ਆਫ ਜਿੱਦਾਂ ਸਾਊਥ ਐਂਡ ਈਸਟਰਨ ਸਾਊਥ ਆਪਾਂ ਕਹਿ ਸਕਦੇ ਹਾਂ, ਸਾਰਾ ਕੁਝ ਹੀ ਮਿਕਸ। ਨੌਰਥ ਦਾ ਮੀਨ ਵੀ ਭੰਗੜਾ ਵੀ ਆਉਂਦਾ ਨੌਰਥ ਦਾ, ਤੇ ਸਾਊਥ ਦੇ ਤੁਹਾਨੂੰ ਜਿੱਦਾਂ ਕਥਕ ਵੀ ਆਉਂਦਾ ਆ। ਤੇ ਜਿੱਦਾਂ ਗੱਲ ਕਰੀਏ ਕਿ ਕੰਪੀਟੀਸ਼ਨ ਤੁਸੀਂ ਗੱਲ ਕਰ ਰਹੇ ਸੀਗੇ, ਕਿਹੜੇ ਕਿਹੜੇ ਕੰਪੀਟੀਸ਼ਨ ਦੇ ਵਿੱਚ ਤੁਸੀਂ ਪਾਰਟ ਲਿਆ? ਸਕੂਲ, ਕਾਲਜ, ਯੂਨੀਵਰਸਿਟੀ ਲੈਵਲਸ ਤੱਕ ਮੈਂ ਬਹੁਤ ਹਰ ਇੱਕ ਜੋ ਕਹਿ ਲਓ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ। ਸਾਡੇ ਮਦਰ ਵੱਲੋਂ ਇਨਕਰੇਜਮੈਂਟ ਸ਼ੁਰੂ ਤੋਂ ਹੀ ਇਸ ਤਰ੍ਹਾਂ ਨਾਲ ਉਹ ਸੀ ਕਿ ਬਸ ਕੀਪ ਪਾਰਟਿਸਿਪੇਟਿੰਗ। ਬਹੁਤ ਹੀ ਇੱਕ ਹੈਪਨਿੰਗ ਜਿਹਾ ਲਾਈਫ ਸਟਾਈਲ ਸ਼ੁਰੂ ਤੋਂ ਹੀ, ਹਰੇਕ ਆਰਟ ਫਾਰਮ, ਚਾਹੇ ਉਹ ਡਾਂਸ, ਚਾਹੇ ਉਹ ਮਿਊਜ਼ਿਕ, ਚਾਹੇ ਉਹ ਥੀਏਟਰ ਹੋਵੇ। ਬਟ ਜਿਵੇਂ ਕਹਿ ਲਓ ਮੈਂ ਆਪਣੇ ਆਪ ਨੂੰ ਰਿਸਟ੍ਰਿਕਟ ਕੀਤਾ ਸਿਰਫ ਕਥਕ ਵਿੱਚ, ਕਿਉਂਕਿ ਇਹ ਬਹੁਤ ਵੱਡਾ ਫੀਲਡ ਹੈ। ਵੈਨ ਆਈ ਰਿਅਲਾਈਜ਼ ਦਿਸ ਥਿੰਗ, ਜਦੋਂ ਮੈਨੂੰ ਇਹ ਗੱਲ ਸਮਝ ਆਈ ਕਿ ਇਹ ਬਹੁਤ ਵੱਡਾ ਸਬਜੈਕਟ ਹੈ, ਬਹੁਤ ਡੀਪ ਸਬਜੈਕਟ ਹੈ, ਇਹਦੇ ਵਿੱਚ ਹੀ ਇੱਕ ਲਾਈਫ ਟਾਈਮ ਨਿਕਲ ਜਾਏਗਾ। ਸੋ ਉਦੋਂ ਫਿਰ ਮੈਂ ਆਪਣੇ ਆਪ ਨੂੰ ਸਿਰਫ ਕਥਕ ਦੇ ਵਿੱਚ ਰਿਸਟ੍ਰਿਕਟ ਕਰ ਲਿਆ। ਠੀਕ। ਤੇ ਹਾਂਜੀ, ਬਸ ਇਹ ਜ਼ਰੂਰ ਹੈ ਕਿ ਜੇ ਤੁਸੀਂ ਆਪਣੇ ਨਾਲ ਰਹੋਗੇ ਨਾ, ਤੁਸੀਂ ਆਪਣੇ ਰੂਹ ਨੂੰ ਖੁਸ਼ ਕਰਨ ਵਾਲੀਆਂ ਚੀਜ਼ਾਂ ਕਰਦੇ ਰਹੋਗੇ, ਤਾਂ ਤੁਸੀਂ ਆਪਣੇ ਰਸਤੇ ਬੰਦੇ ਜਾਣ। ਤੇ ਐਸੇ ਜਿੱਦਾਂ ਲੇਡੀ ਆਫਟਰ ਮੈਰਿਜ ਆਫ ਕੋਰਸ ਤੁਹਾਨੂੰ ਜਿੱਦਾਂ ਫੈਮਿਲੀ ਵੀ ਸਟਾਰਟ ਕਰਨੀ ਪੈਂਦੀ ਆ, ਤੇ ਫਿਰ ਸਾਰਾ ਜਿੱਦਾਂ ਹੁਣ ਤੱਕ ਜਿਹੜੀ ਤੁਹਾਡੀ ਲਾਈਫ ਹੈਗੀ ਆ, ਤੇ ਥੋੜਾ ਦੱਸੋ ਵੀ ਤੁਹਾਡੇ ਬੱਚੇ ਜਿੱਦਾਂ ਆਫਟਰ ਮੈਰਿਜ ਬੱਚੇ ਤੁਹਾਡੇ ਕੀ ਆ? ਹਾਂਜੀ, ਬਿਲਕੁਲ ਬਿਲਕੁਲ। ਸੋ ਮੈਂ ਜੌਬ ਕਰ ਰਹੀ ਸੀ, ਵਾਸ ਅ ਸਾਇੰਸ ਟੀਚਰ ਜਦੋਂ ਮੇਰੀ ਪਹਿਲੀ ਬੇਟੀ ਬੋਰਨ ਹੋਈ। ਸੋ ਉਸ ਟਾਈਮ ਮੈਂ ਇੱਕ ਫੁੱਲ ਟਾਈਮ ਮਦਰ ਸੀ। ਉਸ ਟਾਈਮ ਮੈਂ ਬਿਲਕੁਲ ਡਾਂਸ ਵੱਲ ਕੀ ਕਿਸੇ ਵੀ ਚੀਜ਼ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਮੇਰਾ ਪੂਰਾ ਧਿਆਨ ਕਨਸੈਂਟਰੇਸ਼ਨ ਮੇਰੇ ਦੋਨਾਂ ਬੱਚਿਆਂ ਵੱਲ ਸੀ। ਮੇਰਾ ਦੂਸਰਾ ਜੋ ਬੇਬੀ ਉਹ ਅਰਾਊਂਡ 4 ਇਅਰਸ ਬਾਅਦ, ਮੇਰੀ ਬੇਟੀ ਤੋਂ 4 ਸਾਲ ਛੋਟਾ ਹੈ, ਤੇ ਉਹ ਹੋਇਆ। ਤੇ ਉਦੋਂ ਉਸ ਟਾਈਮ ਉਹਨਾਂ 6 ਸਾਲਾਂ ਵਿੱਚ ਜਦੋਂ ਮੇਰੇ ਬੱਚੇ ਥੋੜੇ ਵੱਡੇ ਹੋਏ, ਬੋਰਨ ਹੋਏ, ਥੋੜੇ ਵੱਡੇ ਹੋਏ, ਉਦੋਂ ਤੱਕ ਮੈਂ ਫੁੱਲ ਫਲੈਜਡ ਇੱਕ ਮਦਰ ਸੀ। ਮੈਂ ਕੋਈ ਆਪਣੀ ਡਾਂਸ ਦਾ ਕੁਝ ਨਹੀਂ, ਉਹਨੂੰ ਕੁਝ ਦੇਰ ਲਈ ਮੈਂ ਸਾਈਡ ਤੇ ਰੱਖ ਦਿੱਤਾ। ਬਹੁਤ ਬੱਚਿਆਂ ਦੀ ਪਰਵਰਿਸ਼ ਇੱਕ ਬਹੁਤ ਹੀ ਚੈਲੰਜਿੰਗ ਟਾਸਕ ਹੈ। ਉਹ ਫੁੱਲ ਟਾਈਮ ਹੀ ਚਾਹੁੰਦਾ ਹੈ, ਉਹ ਪਾਰਟ ਟਾਈਮ ਨਹੀਂ ਹੋ ਸਕਦੀ। ਸੋ ਆਪਣੇ ਬੱਚਿਆਂ ਦੀ ਛੋਟੀ ਛੋਟੀਆਂ ਚੀਜ਼ਾਂ ਹੁੰਦੇ ਦੇਖਣੀਆਂ, ਉਹਨਾਂ ਦੇ ਦੰਦ ਆਂਦੇ, ਉਹਨਾਂ ਦੇ ਦੰਦ ਟੁੱਟਦੇ ਦੇਖਣਾ, ਇੱਕ ਬਹੁਤ ਹੀ ਇਹਨਾਂ ਨੂੰ ਚੱਲਦੇ ਤੁਰਦੇ ਫਿਰਦੇ ਬੋਲਦੇ ਦੇਖਣਾ, ਨਵੇਂ ਨਵੇਂ ਵਰਡਸ ਬੋਲਦੇ, ਉਹਨਾਂ ਨਾਲ ਸਿੱਖਣੀਆਂ, ਕਾਫੀ ਸਾਰੀਆਂ ਚੀਜ਼ਾਂ ਉਹਨਾਂ ਦੇ ਨਾਲ ਸਿੱਖਣੀਆਂ। ਤੇ ਉਹ ਚੀਜ਼ ਬਹੁਤ ਹੀ ਇੰਟਰਸਟਿੰਗ ਹੈ, ਉਹ ਜਿਹੜੀ ਮਿਸ ਕਰਨ ਵਾਲੀ ਨਹੀਂ ਹੈ, ਉਹ ਕਰਨੀ ਵੀ ਨਹੀਂ। ਜਿੱਦਾਂ ਅੱਜ ਕੱਲ੍ਹ ਟ੍ਰੈਂਡ ਬਣ ਗਿਆ ਹੈਗਾ ਆ, ਚਲੋ ਇਹ ਨਹੀਂ ਆਪਾਂ ਕਹਿ ਲਈਏ ਕਿ ਸਾਨੂੰ ਬਾਹਰ ਜੌਬਸ ਨਹੀਂ ਕਰਨੀਆਂ ਚਾਹੀਦੀਆਂ, ਕਰੀਅਰ ਜਿਹੜਾ ਹੈਗਾ ਆਪਾਂ ਨੂੰ ਨਹੀਂ ਬਣਾਉਣਾ ਚਾਹੀਦਾ ਔਰਤ ਨੂੰ। ਜਿੱਦਾਂ ਹੁਣ ਤੁਸੀਂ ਗੱਲ ਕਰ ਰਹੇ ਆ ਕਿ ਬੱਚਿਆਂ ਦੇ ਨਾਲ ਉਹ ਟਾਈਮ ਸਪੈਂਡ ਕੀਤਾ, ਉਹਨਾਂ ਦੇ ਦੰਦ ਨਿਕਲਦੇ, ਉਹਨਾਂ ਦੀ ਪਹਿਲਾ ਵਰਡ ਜਿੱਦਾਂ ਉਹਨਾਂ ਨੇ ਬੋਲਿਆ, ਜਦੋਂ ਫਸਟ ਸਟੈਪ ਚੱਕਿਆ, ਉਹਨਾਂ ਨੇ ਤੁਰਨਾ ਸਿੱਖਿਆ, ਇਹ ਚੀਜ਼ਾਂ ਤੁਸੀਂ ਬਹੁਤ ਬਖੂਬੀ ਉਹ ਸਾਰਾ ਕੁਛ ਮਾਣਿਆ ਆ। ਜਿਹੜੀਆਂ ਔਰਤਾਂ ਜਿਹੜੀਆਂ ਨੂੰ ਜ਼ਰੂਰਤ ਵੀ ਕਈ ਵਾਰ ਹੁੰਦੀ ਵੀ ਕੰਮ ਜ਼ਰੂਰੀ ਕਰਨਾ ਪੈਣਾ, ਘਰ ਦੇ ਵਿੱਚ ਉਹਨਾਂ ਦੇ ਫਾਈਨੈਂਸ਼ੀਅਲੀ ਬਹੁਤ ਸੋਲਿਡ ਉਹਨਾਂ ਦੀ ਫਾਊਂਡੇਸ਼ਨ ਹੁੰਦੀ ਆ, ਤੇ ਫਿਰ ਵੀ ਉਹ ਜਿੱਦਾਂ ਬੱਚਿਆਂ ਨੂੰ ਆਪਣੀਆਂ ਮੇਡਸ ਦੇ ਨਾਲ ਛੱਡ ਕੇ ਤੇ ਇੱਕ ਆਪਣੀ ਉਹ ਕਰੀਅਰ ਦੇ ਵੱਲ ਜ਼ਿਆਦਾ ਧਿਆਨ ਦਿੰਦੀਆਂ। ਬੱਚਿਆਂ ਨੂੰ ਇਗਨੋਰ ਆਪਾਂ ਤਾਂ ਨਹੀਂ ਕਹਿ ਸਕਦੇ, ਬਟ ਫਿਰ ਵੀ ਜਦੋਂ ਮੇਡਸ ਸੰਭਾਲਦੀਆਂ ਜਾਂ ਆਪਣੇ ਤੋਂ ਦੂਰ ਕਰਕੇ, ਤੇ ਤੁਸੀਂ ਕਿਉਂਕਿ ਖੁਦ ਉਹ ਚੀਜ਼ਾਂ ਮੰਨ ਚੁੱਕੇ ਆ, ਤੇ ਉਹਨਾਂ ਬਾਰੇ ਕੀ ਤੁਹਾਡੇ ਖਿਆਲ ਹੈਗੇ ਆ? ਬਿਲਕੁਲ, ਇਹ ਚੀਜ਼ ਜਿਹੜੀ ਬੱਚਿਆਂ ਦੇ ਕੋਰ ਕੰਮ ਹੁੰਦੇ ਕਈ, ਉਹ ਤੁਸੀਂ ਹਮੇਸ਼ਾ ਆਪਣੇ ਹੱਥ ਵਿੱਚ ਰੱਖੋ। ਸਾਰਾ ਕੁਝ ਤੁਸੀਂ ਜ਼ਰੂਰ, ਇਹ ਚੀਜ਼ ਅੱਛੀ ਗੱਲ ਹੈ ਕਿ ਕਈ ਪ੍ਰੋਫੈਸ਼ਨ ਇੰਨੇ ਡਿਮਾਂਡਿੰਗ ਹੁੰਦੇ ਆ, ਜਾਂ ਤੁਹਾਨੂੰ ਨਿਕਲਣਾ ਹੀ ਪੈਂਦਾ ਕਈ ਵਾਰੀ, ਤੁਹਾਨੂੰ ਫਾਈਨੈਂਸ਼ੀਅਲੀ ਕੁਝ ਥੋੜਾ ਸਪੋਰਟ ਕਰਨ ਲਈ ਫੈਮਿਲੀ ਨੂੰ, ਯੂ ਹੈਵ ਟੂ ਵਰਕ, ਔਰ ਤੁਹਾਡਾ ਕਈ ਵਾਰੀ ਪ੍ਰੋਫੈਸ਼ਨ ਬੜਾ ਡਿਮਾਂਡਿੰਗ ਹੁੰਦਾ ਹੈ। ਬਟ ਬੱਚਿਆਂ ਦੇ ਕਈ ਕੋਰ ਕੰਮ ਇਦਾਂ ਦੇ ਹੁੰਦੇ ਆ ਜਿਹੜੇ ਸਿਰਫ ਇੱਕ ਮਾਂ ਨੂੰ ਹੀ ਕਰਨੇ ਚਾਹੀਦੇ। ਬਾਕੀ ਸਾਰੇ ਕੰਮ, ਕਈ ਇਦਾਂ ਦੇ ਕੰਮ ਹੈ ਜਿਹੜੇ ਮੇਡ ਤੇ ਛੱਡੇ ਜਾ ਸਕਦੇ ਹੈ ਨਾ। ਸੋ ਜਿੱਦਾਂ ਕਹਿ ਲਓ, ਬੱਚੇ ਨੂੰ ਰਾਤ ਨੂੰ ਤੁਸੀਂ ਯੂ ਹੈਵ ਟੂ ਟੱਕ your child in bed, bedtime stories ਉਹ ਕੋਈ ਨਹੀਂ ਹੋ ਸਕਦਾ ਨਾ, spending quality time with your child every day, ਸੋ ਉਹ ਚੀਜ਼ ਮੇਡਸ ਤੇ ਨਹੀਂ ਛੱਡੀ ਜਾ ਸਕਦੀ। ਬਾਕੀ ਸਾਰੇ ਕੰਮਾਂ ਲਈ ਮੇਡਸ ਦੀ ਹੈਲਪ, ਜਾਂ ਜੋ ਵੀ ਆਪਣੀ ਫੈਮਿਲੀ ਮੈਂਬਰਸ ਦੀ ਹੈਲਪ, ਜੋ ਇਫ ਯੂ ਆਰ ਲੱਕੀ ਇਨਫ ਤਾਂ ਤੁਹਾਨੂੰ ਫੈਮਿਲੀ ਦੇ ਮੈਂਬਰਸ ਦੀ, ਤੁਹਾਡੇ ਮਦਰ ਇਨ ਲਾਅ ਦੀ, ਹਸਬੈਂਡ ਦੀ ਪੂਰੀ ਹੈਲਪ ਮਿਲ ਜਾਂਦੀ ਹੈ।
ਤੇ ਬਾਕੀ ਸਾਰੇ ਕੰਮ ਆਪਾਂ ਕਹਿ ਸਕਦੇ ਆ, ਬਟ ਕਈ ਕੋਰ ਕੰਮ ਇਦਾਂ ਦੇ ਹੁੰਦੇ ਜਿਹੜੇ ਤੁਹਾਨੂੰ ਬੱਚਿਆਂ ਦੇ ਨਾਲ ਇੱਕ ਕਲੋਜ਼ ਕਨੈਕਸ਼ਨ ਬਣਾ ਕੇ ਹੀ ਰੱਖਣਾ ਪੈਂਦਾ ਹੈ, ਚਾਹੀਦਾ ਹੈ, ਮਤਲਬ ਉਹ ਚੀਜ਼ ਤੁਹਾਨੂੰ ਕਦੀ ਉਹ ਟਰੈਕ ਲੂਜ਼ ਨਹੀਂ ਕਰਨਾ ਚਾਹੀਦਾ ਹੈ ਨਾ। ਤੇ ਤੁਸੀਂ ਆਫਟਰ ਮੈਰਿਜ ਸਰਵਿਸ ਵੀ ਕੀਤੀ ਆ ਜਾਂ ਹਾਊਸ ਵਾਈਫ ਹੀ ਬਣ ਕੇ ਰਹੇ ਆ? ਨਹੀਂ, ਮੈਂ ਕੰਮ ਵੀ ਕੀਤਾ ਹੈ, ਵਰਕਡ ਐਜ਼ ਅ ਸਾਇੰਸ ਟੀਚਰ। ਮੈਂ ਸਾਇੰਸ ਟੀਚਿੰਗ ਵੀ ਕੀਤੀ ਐਂਡ ਵਰਕਡ ਇਨ ਇੱਕ ਮਾਰਕੀਟਿੰਗ ਆਫਿਸ ਦੇ ਵਿੱਚ ਵੀ ਕੰਮ ਕੀਤਾ, ਸੂਟਿੰਗ ਟੂ ਮੇਰੇ ਬੱਚਿਆਂ ਦੇ ਰੂਟੀਨ ਦੇ ਨਾਲ। ਮੈਂ ਉਸ ਤਰ੍ਹਾਂ ਨਾਲ ਕੰਮ ਕੀਤਾ ਹੈ ਕਿ ਮੇਰਾ ਬੱਚਾ ਅਗਰ ਸਵੇਰੇ ਉਹ ਜਲਦੀ ਨਹੀਂ ਉੱਠ ਰਿਹਾ, ਜੇ ਛੋਟਾ ਨੀਲ ਜੈਸੇ ਬੇਟਾ ਮੇਰਾ ਛੋਟਾ ਸੀ, ਸੋ ਉਦੋਂ ਮੈਂ ਇੱਕ ਆਫਿਸ ਜੌਬ ਟੇਕਅਪ ਕੀਤੀ ਸੋ ਦੈਟ ਮੈਂ 10 ਵਜੇ ਆਰਾਮ ਨਾਲ ਜਾ ਸਕਾਂ। ਫਿਰ ਜਦੋਂ ਥੋੜਾ ਵੱਡਾ ਹੋ ਗਿਆ, ਉਹ ਸਕੂਲ ਜਾਣਾ ਸ਼ੁਰੂ ਹੋ ਗਿਆ, ਦੈਨ ਆਈ ਜੁਆਇਨਡ ਅ ਸਕੂਲ। ਓਕੇ, ਸੋ ਉਹਨਾਂ ਦੇ ਅਕੋਰਡਿੰਗ ਮੈਂ ਆਪਣੇ ਪ੍ਰੋਫੈਸ਼ਨ ਨੂੰ ਮੋਲਡ ਕਰਦੀ ਰਹੀ ਸੋ ਦੈਟ ਆਈ ਹੈਵ ਮੈਕਸਿਮਮ ਟਾਈਮ ਵਿਦ them ਐਂਡ ਸੋ ਦੈਟ ਉਹਨਾਂ ਨੂੰ ਬਹੁਤ ਹੈਸਲ ਨਾ ਕਰਾਂ ਉਹਨਾਂ ਦਾ ਜੋ ਰੂਟੀਨ ਹੈ। ਐਜ਼ ਅ ਮਦਰ, ਬੱਚੇ ਜਿੱਦਾਂ ਹੁਣ ਆਫ ਕੋਰਸ ਕੀ ਏਜ ਆ ਐਟ ਦ ਮੋਮੈਂਟ ਬੱਚਿਆਂ ਦੀ? ਮਾਈ ਡਾਟਰ ਇਜ਼ 17 ਇਅਰਸ, 17 ਸਾਲ ਦੀ ਬੇਟੀ ਹੈ ਔਰ 13 ਸਾਲ ਦਾ ਬੇਟਾ ਹੈ। ਤੇ ਹੁਣ ਬੱਚੇ ਵੀ ਵੱਡੇ ਆ ਤੇ ਡਿਮਾਂਡਸ ਹੋਰ ਵੱਧ ਜਾਂਦੀਆਂ ਜਦੋਂ ਬੱਚੇ ਵੱਡੇ ਹੁੰਦੇ ਆ। ਤੇ ਹੁਣ ਜਿੱਦਾਂ ਸਪੈਸ਼ਲੀ ਤੁਸੀਂ ਗੱਲ ਕੀਤੀ ਆਪਣੀ ਬੇਟੀ ਦੀ ਵੀ 17 ਤੇ ਟੀਨੇਜਰ ਈਅਰਸ ਸਪੈਸ਼ਲੀ ਆਪਾਂ ਕੁੜੀਆਂ ਦੀ ਜਾਂ ਮੁੰਡਿਆਂ ਦੀ ਸੇਮ ਹੀ ਹੋ ਜਾਂਦੀ ਹੈ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ। ਤਾਂ ਕੀ ਜਿੱਦਾਂ ਆਪਾਂ ਕਹਿ ਲਈਏ ਕਿ ਪ੍ਰੋਬਲਮ ਤਾਂ ਨਹੀਂ ਆਪਾਂ ਕਹਾਂਗੇ, ਉਹ ਇੱਕ ਡਿਫੀਕਲਟ ਵੀ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਚੈਲੰਜਿੰਗ ਜੌਬ ਹੋ ਜਾਂਦੀ ਆ ਮਦਰ ਵਾਸਤੇ, ਸਪੈਸ਼ਲੀ ਜਦੋਂ ਬੱਚੇ ਜਿਹੜੇ ਹੈਗੇ ਟੀਨੇਜਰਸ ਹੋ ਸਕਦੇ, ਕਿਉਂਕਿ ਉਹਦੇ ਵਿੱਚ ਹਾਰਮੋਨਸ ਵੀ ਚੇਂਜ ਹੁੰਦੇ ਆ, ਬਹੁਤ ਚੇਂਜਸ ਆਉਂਦੀਆਂ ਬੱਚਿਆਂ ਵਿੱਚ। ਤੇ ਕਈ ਵਾਰ ਜਿੱਦਾਂ ਉਹ ਇੱਦਾਂ ਦੀਆਂ ਗਲਤੀਆਂ ਵੀ ਕਰ ਜਾਂਦੇ ਆ ਤੇ ਜਿੱਥੇ ਸਾਨੂੰ ਉਹਨਾਂ ਨੂੰ ਬੱਚਿਆਂ ਨੂੰ ਮੋਲਡ ਕਰਨਾ ਪੈਂਦਾ। ਤੇ ਆਫ ਕੋਰਸ ਹੁਣ ਤੁਹਾਡੀ ਬੇਟੀ ਵੀ 17 ਆ, ਕੋਈ ਇੱਦਾਂ ਦਾ ਮੂਮੈਂਟ ਹੋਇਆ ਕਿ ਜਿੱਦਾਂ ਸਮ ਟਾਈਮ ਤੁਸੀਂ ਫੀਲ ਕੀਤਾ ਕਿ ਹਾਂਜੀ ਮੇਰਾ ਜਿਹੜਾ ਧਿਆਨ ਇੱਧਰੋਂ ਹਟ ਗਿਆ ਆ ਤੇ ਇਸ ਬੱਚੇ ਨੇ ਜਿੱਦਾਂ ਰੋਂਗ ਸਟੈਪ ਚੱਕ ਲਿਆ ਜਾਂ ਕੁਛ ਇੱਦਾਂ ਦਾ ਕਰ ਲਿਆ? ਆਈ ਐਮ ਅਗੇਨ ਥੈਂਕਫੁਲ ਟੂ ਗॉड। ਤੁਸੀਂ ਹਰ ਚੀਜ਼ ਲਈ ਰੱਬ ਦਾ ਸ਼ੁਕਰਾਨਾ ਹੈ, ਕਿਉਂਕਿ ਮੇਰੀ ਬੇਟੀ ਜਦੋਂ 7 ਸਾਲ ਦੀ ਸੀ 7 ਸਾਲ ਦੀ ਸੀ ਉਦੋਂ ਤੋਂ ਇਹ ਇਨਫੈਕਟ 6 ਸਾਲ ਦੀ ਸੀ ਜਦੋਂ ਤੋਂ ਉਹ ਡਾਂਸ ਸਿੱਖ ਰਹੀ ਹੈ। ਮੈਂ ਜਦੋਂ ਗੁੜਗਾਉਂ ਅਸੀਂ ਦਿੱਲੀ 'ਚ ਸੀਗੇ ਉਦੋਂ ਤਾਂ ਮੈਂ ਆਪਣੇ ਗੁਰੂਕੁਲ ਨੂੰ ਡਾਂਸ ਆਪਣੀ ਟ੍ਰੇਨਿੰਗ ਲੈਣ ਜਾਣਾ ਤਾਂ ਮੇਰੀ ਬੇਟੀ ਵੀ ਨਾਲ ਜਾਂਦੀ ਸੀ ਟ੍ਰੇਨਿੰਗ ਲੈਣ। ਔਰ ਉਹ ਅਗੇਨ ਜੇ ਮੈਂ ਇਹ ਚੀਜ਼ ਇਸ ਆਪਣੀ ਜਰਨੀ ਤੋਂ ਹੀ ਮਹਿਸੂਸ ਕੀਤੀ ਹੈ ਕਿ ਜਿਹੜੇ ਬੱਚੇ ਇਹਨਾਂ ਆਰਟ ਫਾਰਮਸ ਦੇ ਨਾਲ ਬਚਪਨ ਤੋਂ ਹੀ ਜੁੜ ਜਾਂਦੇ ਆ, ਫਿਰ ਉਹਨਾਂ ਦੇ ਸਾਹਮਣੇ ਵੀ ਇੱਕ ਬਹੁਤ ਅੱਛੀ ਚੀਜ਼ ਹੁੰਦੀ ਹੈ ਫੋਕਸ ਕਰਨ ਨੂੰ, ਉਹਨਾਂ ਦਾ ਧਿਆਨ ਇੱਧਰ ਉੱਧਰ ਨਹੀਂ ਜਾਂਦਾ। ਐਂਡ ਆਈ ਵਾਸ ਲੱਕੀ ਇਨਫ ਐਂਡ ਆਮ ਲੱਕੀ ਇਨਫ ਕਿ ਮੈਨੂੰ ਇੱਦਾਂ ਦੀ ਕਦੀ ਕੋਈ ਪ੍ਰੋਬਲਮ ਨਹੀਂ ਆਈ। ਮੇਰੀ ਬੇਟੀ ਇੱਕ ਬਹੁਤ ਹੀ ਸਮਝਦਾਰ ਔਰ ਟੈਲੈਂਟਡ ਚਾਈਲਡ ਹੈ, ਉਹਦਾ ਵੀ ਧਿਆਨ ਜੋ ਹੈ ਉਹ ਇਸੇ ਆਰਟ ਫਾਰਮ ਦੇ ਵਿੱਚ ਸ਼ੀ ਇਜ਼ ਐਨ ਅਕੰਪਲਿਸ਼ਡ ਡਾਂਸਰ। ਸੋ ਮੇਰੇ ਗੁਰੂ ਜੋ ਗੁਰੂ ਸ਼੍ਰੀ ਦੀਪਕ ਅਰੋੜਾ ਉਹਨਾਂ ਦੀ ਹੀ ਸਟੂਡੈਂਟ ਹੈ ਉਹ ਵੀ। ਔਰ ਉਹ ਟ੍ਰੇਨਿੰਗ ਮਤਲਬ ਮੈਂ ਇਹ ਚੀਜ਼ ਮੈਂ ਇਸ ਕਰਕੇ ਵੀ ਇਹਨਾਂ ਆਰਟ ਫਾਰਮਸ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੀ ਹਾਂ ਕਿ ਇਹ ਚੀਜ਼ ਮੈਂ ਦੇਖੀ ਆਪਣੇ ਆਪ ਕਿ ਅਗਰ ਬੱਚੇ ਦਾ ਧਿਆਨ ਸਾਹਮਣੇ ਹੈ, ਸਮਥਿੰਗ ਦ ਚਾਈਲਡ ਲਵਸ ਡੀਪਲੀ ਨਾ, ਬੱਚਾ ਪਹਿਲਾਂ ਤੋਂ ਹੀ ਪਿਆਰ 'ਚ ਹੈ ਕਿਸੇ ਚੀਜ਼ ਦੇ, ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਸੋ ਸ਼ੀ ਇਜ਼ ਅ ਵੈਰੀ stable child. It's kind of meditation also. जो classical art forms है, चाहे वो म्यूजिक है चाहे डांस है, वो एक आर्ट फॉर्म एक मेडिटेशन की तरह काम करती है जो ਤੁਹਾਨੂੰ mentally stable ਰੱਖਦੀ ਹੈ। whereas ਮੇਰਾ ਬੇਟਾ ਜੋ ਹੈ ਔਰ ਉਹਦੇ ਨਾਲ ਜ਼ਰੂਰ ਮੈਨੂੰ ਲੱਗਦਾ ਸੀ ਕਿ ਵੀ ਮੈਂ ਬੇਟੀ ਦੇ ਨਾਲ ਅਸੀਂ ਦੋਨੋਂ ਡਾਂਸ 'ਚ ਇਨਵੋਲਵਡ ਹੈ, ਉਹਦੇ ਨਾਲ ਮੇਰਾ ਥੋੜਾ ਜਿਹਾ ਡਿਸਟੈਂਸ ਜਿਵੇਂ ਸ਼ਾਇਦ ਇੱਕ ਟਰੈਕ ਟਾਈਮ ਟੇਬਲ ਨਾ ਮਿਲਣਾ ਤੇ ਉਹ ਬਟ ਉਹਨੇ ਇਸ ਲੋਕਡਾਊਨ ਨੇ ਉਹ ਵੀ ਥੋੜਾ ਜਿਹਾ ਦੇ ਦਿੱਤਾ ਕਿ ਆਈ ਐਮ ਏਬਲ ਟੂ ਸਪੈਂਡ ਟਾਈਮ ਵਿਦ ਹਿਮ ਐਜ਼ ਵੈਲ ਐਂਡ ਪੂਰਾ ਇੰਜੋਏ ਕਰ ਰਹੀ ਹਾਂ। ਤੇ ਬੇਟਾ ਵੀ ਕੋਈ ਇਦਾਂ ਦਾ ਡਾਂਸ ਜਾਂ ਕੁਝ ਇਦਾਂ ਦਾ ਇੰਟਰਸਟ ਹੈਗਾ ਜਾਂ ਮੁੰਡਿਆਂ ਵਾਂਗੂ ਜਿਹੜੀਆਂ ਆਪਾਂ ਗੇਮਸ ਮੁੰਡਿਆਂ ਦੀਆਂ ਹੁੰਦੀਆਂ ਉਹ ਇੱਕ ਮੁੰਡਾ ਹੀ ਹੈ। ਉਹਦਾ ਡਾਂਸ ਵਿੱਚ ਵੈਸੇ ਉਹਦੀ ਜਿਹੜੀ ਮਿਊਜ਼ਿਕ ਸੈਂਸ ਹੈ ਔਰ ਉਹਦੀ ਅੰਡਰਸਟੈਂਡਿੰਗ ਅਬਾਊਟ ਰਿਦਮ ਇਜ਼ ਐਕਸਲੈਂਟ, ਬਹੁਤ ਅੱਛੀ ਹੈ, ਪਰ ਉਹਦਾ ਇੰਟਰਸਟ ਨਹੀਂ ਹੈ ਡਾਂਸ ਦੇ ਵਿੱਚ, ਇੰਟਰਸਟਿਡ ਨਹੀਂ ਹੈ, ਮਿਊਜ਼ਿਕ 'ਚ ਵੀ ਨਹੀਂ ਹੈ। ਸਮ ਟਾਈਮ ਉਹ ਗਿਟਾਰ ਪਲੇ ਕਰ ਕਿਉਂਕਿ ਘਰ ਦੇ ਵਿੱਚ ਮਿਊਜ਼ਿਕ ਦੇਖਦਾ ਹੈ ਤੇ ਉਹ ਗਿਟਾਰ ਜ਼ਰੂਰ ਪਲੇ ਕਰਦਾ ਆਪਣੇ ਪਾਪਾ ਨਾਲ ਬੈਠ ਕੇ ਕਦੀ ਕਦੀ, ਪਰ ਬਹੁਤ ਜ਼ਿਆਦਾ ਬਟ ਹੀ ਇਜ਼ ਇਨਟੂ ਗੇਮਿੰਗ, ਉਹਦਾ ਪੈਸ਼ਨ ਹੈ ਬਸ। ਓਕੇ, ਤੇ ਸਪੋਰਟਸ ਵਗੈਰਾ ਵੀ ਕੋਈ ਹੈਗੀ ਇੰਟਰਸਟ? ਹੀ ਇਜ਼ ਇਨਟੂ ਕ੍ਰਿਕਟ, ਹੀ ਪਲੇਜ਼ ਕ੍ਰਿਕਟ। ਲੋਕਡਾਊਨ ਤੋਂ ਪਹਿਲਾਂ ਤੱਕ ਉਹ ਕ੍ਰਿਕਟ ਅਕੈਡਮੀ ਜਾਂਦਾ ਸੀ, ਪਰ ਹੁਣ ਲੋਕਡਾਊਨ ਕਰਕੇ ਤਾਂ ਸਭ ਰੁਕਿਆ ਹੈ, ਬਟ ਬਾਸਕਟਬਾਲ ਜਾਂ ਸਾਈਕਲਿੰਗ, ਸੋ ਹੀ ਡਸ ਦੈਟ।
ਤੇ ਜੇ ਆਪਾਂ ਗੱਲ ਕਰੀਏ ਕਿ ਨੋਰਮਲੀ ਆਪਣੀ ਇੱਕ ਸੇਇੰਗ ਬਣੀ ਹੋਈ ਆ ਕਿ ਹਰ ਸਕਸੈਸਫੁਲ ਆਦਮੀ ਦੇ ਪਿੱਛੇ ਔਰਤ ਦਾ ਹੱਥ ਆ, ਤੇ ਤੁਸੀਂ ਭਾਵੇਂ ਇੱਕ ਹਾਊਸ ਵਾਈਫ ਬਣ ਕੇ ਇੱਕ ਇਹਨਾਂ ਦਾ ਸਰਵਿਸ ਵੀ ਕੀਤੀ ਆ, ਤੇ ਤੁਹਾਡੀ ਜਿਹੜੀ ਇਹ ਇੱਕ ਸ਼ੌਕ ਜਿਹੜਾ ਹੈਗਾ ਇਹਨੂੰ ਜਾਗਦਾ ਰੱਖਣ ਵਾਸਤੇ ਤੇ ਤੁਹਾਡੇ ਹਸਬੰਦ ਦਾ ਕਿੰਨਾ ਕੁ ਹੱਥ ਆ ਜਾਂ ਸਪੋਰਟ, ਕਿਉਂਕਿ ਬੱਚਿਆਂ ਨੂੰ ਵੀ ਸੰਭਾਲਣਾ ਜਾਂ ਆਪਾਂ ਕਹਿ ਲਈਏ ਬਾਕੀ ਚੀਜ਼ਾਂ ਵੀ ਹੁੰਦੀਆਂ, ਕਿੰਨਾ ਕੁ ਸਪੋਰਟ ਕਰ ਰਹੇ ਆ? ਕਈ ਇਦਾਂ ਤਾਂ ਨਹੀਂ ਹੋ ਜਾਂਦਾ ਕਹਿੰਦੇ ਵੀ ਕੀ ਇਹ ਕਰਨਾ ਆ? ਕਦੀ ਵੀ ਨਹੀਂ, ਕਦੀ ਵੀ ਨਹੀਂ। ਮਤਲਬ ਜਦੋਂ ਪ੍ਰੋਗਰਾਮਸ ਦੇ ਮੇਰੀ ਟੂਰਿੰਗ ਥੋੜੀ ਜ਼ਿਆਦਾ ਹੋ ਜਾਂਦੀ, ਮਿਸ ਜ਼ਰੂਰ ਕਰਦੇ ਆ, ਬਟ ਉਹਨਾਂ ਨੇ ਮੈਨੂੰ ਕਦੀ ਇਸ ਤਰ੍ਹਾਂ ਮਤਲਬ ਹਮੇਸ਼ਾ ਸਪੋਰਟ ਕੀਤਾ ਹੈ। ਤੁਸੀਂ ਇੱਥੋਂ ਤੱਕ ਅੰਦਾਜ਼ਾ ਲਗਾਓ ਕਿ ਜਦੋਂ ਗੁੜਗਾਉਂ ਤੋਂ ਅਸੀਂ ਦਿੱਲੀ ਤੋਂ ਗੁੜਗਾਉਂ ਜਾਂਦੇ ਸੀ, ਮੈਂ ਆਪਣੇ ਗੁਰੂ ਕੋਲ ਅਸੀਂ ਟ੍ਰੇਨਿੰਗ ਚੱਲ ਰਹੀ ਸੀ ਹਜੇ ਸਾਡੀ 2010-11 2010-11 ਦੇ ਵਿੱਚ, ਤੇ ਮੇਰੇ ਹਸਬੰਡ ਮੇਰਾ ਤੇ ਮੇਰੀ ਬੇਟੀ ਦਾ ਟਿਫਿਨ ਬਣਾ ਕੇ ਦਿੰਦੇ ਸੀ, ਸਾਨੂੰ ਪੈਕ ਕਰਕੇ ਦਿੰਦੇ ਸੀ। ਹਰ ਸੰਡੇ ਉਹਨਾਂ ਦਾ ਕੰਮ ਹੁੰਦਾ ਸੀ ਬੜੇ ਸ਼ੌਂਕ ਨਾਲ। ਮੈਨੂ ਇੱਕੋ ਹੀ ਹੁੰਦਾ ਸੀ, ਡਿਸ਼ ਇੱਕੋ ਹੀ ਹੁੰਦੀ ਸੀ, ਫ੍ਰੈਂਚ ਟੋਸਟ ਐਂਡ ਚਿਪਸ ਔਰ ਉਹ ਸਭ ਚੀਜ਼ਾਂ, ਪਰ ਉਹ ਜੋ ਵੀ ਬਣਾ ਕੇ ਦਿੰਦੇ ਸੀ ਉਹ ਅੱਜ ਤੱਕ ਕੰਟੀਨਿਊਡ ਹੈ। ਜਦੋਂ ਸਾਡੇ ਪ੍ਰੋਗਰਾਮਸ ਹੁੰਦੇ ਆ, ਹੀ ਲਵਸ ਟੂ ਕੁਕ ਫॉर ਅਸ, ਔਰ ਹੀ ਇਜ਼ ਅ ਜੈਮ ਆਫ ਅ ਪਰਸਨ। ਹੀ ਆਲਵੇਜ਼ ਸਪੋਰਟਸ ਮੀ ਐਂਡ ਮਾਈ ਡਾਟਰ। ਤੇ ਹੁਣ ਜਿੱਦਾਂ ਬੱਚੇ ਵੀ ਵੱਡੇ ਹੋ ਗਏ ਆ, ਤੇ ਲਾਈਫ ਦੀ ਜਿਹੜੀ ਇਹ ਕੱਥਕ ਦੀ ਆ ਤੁਹਾਡੀ ਜਰਨੀ ਜਾਰੀ ਰਹੂਗੀ? ਬਿਲਕੁਲ ਜਾਰੀ ਰਹੇਗੀ। ਇਹ ਤਾਂ ਮੇਰਾ ਸੁਪਨਾ ਹੈ ਕਿ ਮੈਂ ਜਦ ਤੱਕ ਜਾਨ ਤੇ ਤਦ ਤੱਕ ਪੈਰਾਂ 'ਚ ਘੁੰਗਰੂ ਰਹਿਣ, ਇਹ ਚੀਜ਼, ਇਹ ਸਾਥ ਹਮੇਸ਼ਾ ਬਣਿਆ ਰਵੇ ਔਰ ਆਖਰੀ ਸਾਹ ਤੱਕ ਮੈਂ ਕਥਕ डांस करती रहा। और क्योंकि ये भी है कि फिटनेस भी स्टैमिना फिटनेस ये भी सब चीज़ां इस डांस फॉर्म ਦੇ ਨਾਲ इट कीप्स यू यंग। ਤੁਹਾਨੂੰ ਕਦੇ ਓਲਡ ਨਹੀਂ ਹੋਣ ਦਿੰਦੇ। ਮੈਨੂੰ ਕਦੇ ਲੱਗਿਆ ਵੀ ਨਹੀਂ ਕਿ ਮੈਂ ਓਲਡ ਹੋ ਰਹੀ ਹਾਂ, ਠੀਕ ਹੈ। ਤਾਂ ਉਹ ਇੱਕ ਤੁਸੀਂ ਓਲਡ ਲੱਗ ਵੀ ਨਹੀਂ ਰਹੇ। I couldn't believe ਵੀ ਤੁਹਾਡੀ ਬੇਟੀ ਜਿਹੜੀ ਆ 17 ਦੀ ਹੈਗੀ ਆ, ਬਟ ਯੂ ਲੁੱਕ ਵੀ ਰੀਲੀ ਯੰਗ ਲੱਗ ਰਹੇ ਆ, 30-35 ਸਾਲ ਦੇ, ਤੇ ਬਹੁਤ ਸਕਿਨ ਵੀ ਬਹੁਤ ਹੀ ਬਿਊਟੀਫੁਲ ਤੁਹਾਡੀ। ਤੇ ਇਹਦਾ ਮਤਲਬ ਹੈਗਾ ਕਿ ਹਰ ਇੱਕ ਨੂੰ ਐਕਸਰਸਾਈਜ਼ ਜਿੱਦਾਂ ਡਾਂਸ ਤੇ ਪਰਫਾਰਮ ਦੇ ਵਿੱਚ ਤੁਸੀਂ ਕਰੋ ਤਾਂ ਇੱਕ ਅੰਦਰੂਨੀ ਸਕੂਨ ਵੀ ਮਿਲਦਾ, ਤਾਂ ਉਹਦੇ ਨਾਲ ਤੁਸੀਂ ਜਿਹੜੇ ਹੈਗੇ ਆ ਤੁਹਾਡੀ ਸਕਿਨ ਵੀ ਵਧੀਆ ਰਹਿੰਦੀ ਆ, ਫਿਟ ਵੀ ਰਹਿੰਦੇ ਆ। ਬਿਲਕੁਲ ਐਂਟੀ ਏਜਿੰਗ, ਮਤਲਬ ਯੂ ਸਟਾਪ ਏਜਿੰਗ। ਜਦੋਂ ਤੁਸੀਂ ਕੋਈ ਐਸਾ ਕੰਮ ਜਾਂ ਡਾਂਸ, ਮੇਰੇ ਕੇਸ 'ਚ ਡਾਂਸ ਹੈ, ਤਾਂ ਜਿੱਦਾਂ ਹਰ ਇੱਕ ਇਨਸਾਨ ਦੇ ਅੰਦਰ ਕੁਝ ਐਸੀ ਚੀਜ਼ ਹੁੰਦੀ ਹੈ ਜਿਹੜੀ ਜਿਹਦੇ ਨਾਲ ਉਹ ਕਨੈਕਟ ਕਰਦਾ ਹੈ। ਕੋਈ ਐਸੀ ਚੀਜ਼ ਹੈ ਜਿਹਦੇ ਨਾਲ ਉਹ ਇਨਸਾਨ ਰੀਅਲੀ ਆਪਣੀ ਆਤਮਾ ਨਾਲ ਤੋਂ ਕਨੈਕਟ ਕਰਦਾ ਹੈ। ਉਹ ਚੀਜ਼ ਤੁਹਾਨੂੰ ਮਿਲ ਜਾਂਦੀ ਹੈ ਨਾ, ਤੁਸੀਂ ਫਿਰ ਤੁਸੀਂ ਵਰੀਜ਼ ਨਹੀਂ ਕਰਦੇ। ਵਰੀਜ਼ ਨਹੀਂ ਕਰੋਗੇ ਤੁਸੀਂ ਏਜਿੰਗ ਨਹੀਂ ਕਰੋਗੇ। ਯੂ ਆਲਵੇਜ਼ ਬੀ ਯੰਗ ਐਂਡ ਹੈਪੀ। ਸੋ ਤੇ ਹੁਣ ਜਿੱਦਾਂ ਤੁਸੀਂ ਜਿੱਦਾਂ ਇਸ ਪਾਸੇ ਲੱਗੇ ਹੋਏ ਆ ਕਥਕ ਦੇ, ਜੇ ਇੱਦਾਂ ਦੀ ਕੋਈ ਵੀ ਔਰਤ ਹੈਗੀ ਆ, ਆਪਾਂ ਕਹਿ ਲਈਏ ਉਹਦੇ ਵਿੱਚ ਵੀ ਇੱਦਾਂ ਦਾ ਸੀਗਾ ਕਿ ਮੈਂ ਕੁਛ ਕਰਾਂ, ਚਾਹੇ ਡਾਂਸ ਜਾਂ ਕੁਛ ਵੀ ਹੈਗਾ ਆ, ਨਹੀਂ ਕਰ ਪਾ ਸਕੀ ਕੋਈ ਰੀਜ਼ਨ ਕਰਕੇ, ਕੀ ਸੁਜੈਸਟ ਕਰੋਗੇ ਕਿ ਜੇ ਏਜ ਜਿੱਦਾਂ ਆਪਾਂ ਕਹਿ ਲਈਏ ਹੋ ਗਈ ਆ ਤਾਂ ਫਿਰ ਵੀ ਉਹਨਾਂ ਨੂੰ ਕੁਛ ਕਰਨਾ ਚਾਹੀਦਾ ਕਿ ਨਹੀਂ? ਸੋ ਮੇਰੇ ਖਿਆਲ ਨਾਲ ਤਾਂ ਏਜ ਕੁਝ ਸਹੀ ਕਰਨ ਦੀ ਕੋਈ ਗਲਤ ਏਜ ਹੁੰਦੀ ਹੀ ਨਹੀਂ। ਜਦੋਂ ਵੀ ਤੁਸੀਂ ਸ਼ੁਰੂ ਕਰੋਗੇ ਉਹ ਸਹੀ ਏਜ ਹੀ ਹੈ। ਜਦੋਂ ਵੀ ਤੁਸੀਂ, ਚਾਹੇ ਤੁਸੀਂ 50 ਸਾਲ ਦੇ ਹੋ, ਚਾਹੇ 60 ਦੇ, 70 ਦੇ ਹੋ, 80 90 ਦੇ ਵੀ ਹੋ, 100 ਦੇ ਵੀ ਹੋ, ਤਾਂ ਵੀ ਤੁਸੀਂ ਅੱਜ ਕੁਝ ਡਿਸਾਈਡ ਕਰਦੇ ਹੋ ਕਿ ਤੁਸੀਂ ਕਰਨਾ ਹੈ, ਤੁਸੀਂ ਕਰੋ, ਜਸਟ ਗੋ ਫॉर ਇਟ। ਇਹਦੇ 'ਚ ਕੋਈ ਵੀ, ਜਦੋਂ ਵੀ ਤੁਸੀਂ ਸ਼ੁਰੂ ਕਰ ਦੋਗੇ ਤੁਸੀਂ ਦੇਖਣਾ ਤੁਹਾਡੀ ਜਰਨੀ ਉਦੋਂ ਸ਼ੁਰੂ ਹੋ ਜਾਏਗੀ। ਔਰ ਤੁਹਾਨੂੰ ਲੱਗੇਗਾ ਨਹੀਂ ਕਿ ਵੀ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ। ਜੇ ਤੁਹਾਨੂੰ ਤੁਹਾਡਾ ਰਾਹ ਮਿਲ ਜਾਂਦਾ ਹੈ, ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ। ਤੁਸੀਂ ਇਹ ਸੋਚਣ ਦਾ ਵੀ ਤੁਹਾਡੇ ਕੋਲ ਟਾਈਮ ਨਹੀਂ ਹੋਗਾ, ਮੈਂ ਕਿਉਂ, ਹਾਂ ਇਹ ਜ਼ਰੂਰ ਸੋਚੋਗੇ ਥੋੜਾ ਪਹਿਲਾਂ ਵੀ ਕੀਤਾ ਜਾ ਸਕਦਾ ਸੀ, ਮੈਂ ਕਿਉਂ ਨਹੀਂ ਇਹ ਪਹਿਲਾ ਸਟੈਪ, ਕਿਉਂ ਨਹੀਂ ਮੈਂ ਮੈਂ ਹਿੰਮਤ ਕਿਉਂ ਨਹੀਂ ਕੀਤੀ, ਮੈਂ ਕਿਉਂ ਨਹੀਂ ਬਾਹਰ ਨਿਕਲੀ, ਇਹ ਜ਼ਰੂਰ ਸੋਚੋਗੇ। ਬਟ ਜਦੋਂ ਵੀ ਸ਼ੁਰੂ ਕਰੋਗੇ ਉਹ ਇੱਕ ਸਹੀ ਟਾਈਮ ਹੀ ਹੋਏਗਾ। ਇਹ ਕਦੀ ਨਹੀਂ ਸੋਚਣਾ ਚਾਹੀਦਾ। ਡਾਂਸ ਦੀ ਤਾਂ ਸਾਨੂੰ ਜਦੋਂ ਵੀ ਕੋਈ ਇਨਕੁਆਇਰੀ ਕੋਈ ਕਰਦਾ ਹੈ ਕਿ ਵੀ ਡਾਂਸ ਟੀਚਿੰਗ, ਸੋ I am 35 years, would I be able to dance? तो ਮੈਨੂੰ ਬੜਾ ਹੱਸੀ ਆਉਂਦੀ ਹੈ ਕਿ ਡਾਂਸ ਦੀ ਤਾਂ there is no age bar, there is no gender bar। ਸਾਡੀ ਅਕੈਡਮੀ ਦੇ ਵਿੱਚ ਵੀ ਗੁਰੂਕੁਲ ਮਿਊਜ਼ਿਕ ਐਂਡ ਡਾਂਸ ਅਕੈਡਮੀ, so there is no age bar, there is no gender bar। So we have a 60 years old student also, ਜੋ ਜਿਹੜੀ ਚੀਜ਼ ਨਾਲ ਰੂਹ ਖੁਸ਼ ਹੁੰਦੀ ਹੈ ਉਹ ਚੀਜ਼ ਕਰਨ ਲੱਗਿਆ ਸੋਚਣਾ ਹੀ ਨਹੀਂ ਚਾਹੀਦਾ। ਕੋਈ ਏਜ ਗਲਤ ਨਹੀਂ ਹੈ। ਤੁਸੀਂ ਜੋ ਦਿਲ ਕਰਦਾ ਹੈ,
ਜੋ ਜਿਸ ਚੀਜ਼ ਨਾਲ ਵੀ ਅੰਦਰੋਂ ਕਨੈਕਟ ਕਰਦੇ ਹੋ ਕਿ ਯੈਸ ਆਈ ਕੈਨ ਡੂ ਦਿਸ ਐਂਡ ਆਈ ਵਾਂਟ ਟੂ ਡੂ ਦਿਸ, ਜਸਟ ਗੋ ਆਊਟ ਐਂਡ ਡੂ ਇਟ, ਗੋ ਐਂਡ ਗੈਟ ਇਟ। ਬਹੁਤ ਵਧੀਆ, ਕਿਉਂਕਿ ਇੱਕ ਆਪਾਂ ਗੱਲ ਕਰੀਏ ਕਿ ਇੱਕ ਅੰਦਰੂਨੀ ਜਦੋਂ ਆਪਾਂ ਨੂੰ ਖੁਸ਼ੀ ਮਿਲਦੀ, ਸਕੂਨ ਮਿਲਦਾ, ਤਾਂ ਆਫ ਕੋਰਸ ਜਿਹੜੀ ਤੁਹਾਡੀ ਮੈਂਟਲੀ ਸਟੇਟਸ ਹੈਗੀ ਆ ਉਹ ਬੈਲੈਂਸ ਵਿੱਚ ਰਹਿੰਦੀ ਆ। ਤੇ ਜੇ ਆਪਾਂ ਗੱਲ ਕਰੀਏ ਔਰਤ ਦੀ, ਕਿਉਂਕਿ ਆਪਾਂ ਸ਼ੋਅ ਜਿਹੜਾ ਹੈਗਾ ਔਰਤ ਦੇ ਉੱਤੇ ਅੱਜ ਡਿਸਕਸ ਕਰ ਰਹੇ ਹਾਂ, ਮੈਂ ਗੱਲ ਕਰਦੀ ਹਾਂ ਕਿ ਔਰਤ ਨੂੰ ਜੇਕਰ ਆਪਾਂ ਬਾਹਰ ਆਪਣੀ ਸਰਵਿਸ ਕਰਦੇ ਹਾਂ, ਇੱਕ ਬਹੁਤ ਹੀ ਉੱਚੇ ਅਹੁਦੇ ਦੇ ਉੱਤੇ ਔਰਤ ਹੈਗੀ, ਉਹਨੂੰ ਬਹੁਤ ਸਨਮਾਨ ਮਿਲਦਾ, ਬਟ ਜਦੋਂ ਘਰ ਦੇ ਵਿੱਚ ਔਰਤ ਰਹਿ ਕੇ ਇੱਕ ਹਾਊਸ ਵਾਈਫ ਦਾ ਫਰਜ਼ ਨਿਭਾਉਂਦੀ ਆ, ਭਾਵੇਂ ਉਹ ਹਸਬੈਂਡ ਨੂੰ ਲੈ ਕੇ, ਭਾਵੇਂ ਇਨ-ਲॉ ਨੂੰ ਲੈ ਕੇ, ਭਾਵੇਂ ਆਪਣੇ ਮਾਂ-ਬਾਪ ਦੇ, ਤੇ ਭਾਵੇਂ ਆਪਣੇ ਬੱਚਿਆਂ ਨੂੰ ਲੈ ਕੇ, ਸੁਬਾਹ ਤੋਂ ਲੈ ਕੇ ਸ਼ਾਮ ਤੱਕ ਬਹੁਤ ਹੀ ਸਖਤ ਮਿਹਨਤ ਕਰਨੀ ਪੈਂਦੀ ਆ। ਤੇ ਔਰਤ ਨੂੰ ਇੱਕ ਜਿਹੜੀ ਹਾਊਸ ਵਾਈਫ ਆ, ਉਹਨੂੰ ਇੱਦਾਂ ਦੀਆਂ ਨਜ਼ਰਾਂ ਨਾਲ ਕਿਉਂ ਸਾਡਾ ਸਮਾਜ ਦੇਖਦਾ ਆ ਕਿ ਜਿਹੜੀ ਹਾਊਸ ਵਾਈਫ ਆ ਸ਼ੀ ਇਜ਼ ਨਥਿੰਗ? ਆਪਣੇ ਸਮਾਜ ਦੇ ਵਿੱਚ ਇਹ ਕੁਛ ਹੈਗਾ ਆ। ਹਾਂਜੀ, ਜਾਂਦਾ ਹੈ ਤੁਸੀਂ ਕੁਝ ਕਰਦੇ ਹੋ ਜਾਂ ਤੁਸੀਂ ਫਿਰ ਕੁਝ ਕੀ ਕਰਦੇ ਆ? ਹਾਂਜੀ, ਹਾਊਸ ਵਾਈਫ। ਹਾਂਜੀ, ਸੋ ਇਹ ਚੀਜ਼ ਬੜੀ ਮਾੜੀ ਗੱਲ ਹੈ ਕਿ ਲੋਕ ਏਦਾਂ ਸੋਚਣਾ, ਜਦਕਿ ਮੈਨੂੰ ਇਹ ਲੱਗਦਾ ਹੈ ਕਿ ਇੱਕ ਪਰਫੈਕਟ ਹਾਊਸ ਵਾਈਫ ਬਣਨਾ ਬਹੁਤ ਔਖਾ ਹੈ, ਇੱਕ ਬੜਾ ਮਿਹਨਤ ਦਾ ਕੰਮ ਹੈ, ਐਂਡ ਦਿਸ ਇਜ਼ ਫॉर नो पेमेंट, ਯੂ ਡੋਨਟ ਗੈਟ ਪੇਡ ਫॉर ਇਟ, ਹੈ ਨਾ। ਜਦਕਿ ਤੁਸੀਂ ਇੱਕ ਸਰਵਿਸ ਜੋ ਦੇ ਰਹੇ ਹੋ, ਉਹਨੂੰ ਤੁਸੀਂ ਅਗਰ ਵਾਕਈ ਮੋਨਿਟਰੀ ਉਹਦੇ 'ਚ ਦੇਖੋ, ਇਕੁਏਸ਼ਨ ਨਾਲ ਦੇਖੋ ਤੁਸੀਂ, ਤਾਂ ਤੁਸੀਂ ਉਹ ਤੁਸੀਂ ਕੋਈ ਪੇ ਹੀ ਨਹੀਂ ਕਰ ਸਕਦਾ, ਉਹਦੀ ਇੰਨੀ ਕੁ ਪੇਮੈਂਟ ਬਣ ਜਾਏਗੀ, ਉਹ ਕੋਈ ਦੁਨੀਆ ਦਾ ਇਨਸਾਨ ਪੇ ਹੀ ਨਹੀਂ ਕਰ ਸਕਦਾ। ਸੋ ਬਾਹਰ ਠੀਕ ਹੈ ਸਾਰੇ ਕੰਮ, ਬਟ ਜੋ ਹਾਊਸ ਇੱਕ ਹੋਮ ਮੇਕਰ, ਐਂਡ ਕਈ ਲੇਡੀਜ਼ ਦਾ ਚੋਇਸ ਹੀ ਹੁੰਦੀ ਹੈ, ਠੀਕ ਹੈ। ਕਈ ਇੱਦਾਂ ਦੀ ਸੈਲੀਬ੍ਰਿਟੀਜ਼ ਵੀ ਹੈ ਜਿਨ੍ਹਾਂ ਨੇ ਚੂਜ਼ ਕੀਤਾ ਕਿ ਮੈਂ ਆਪਣੇ ਬੱਚਿਆਂ ਦੇ ਵੱਲ ਹੀ ਦੇਖਣਾ ਹੈ, ਆਪਣੇ ਘਰ ਵੱਲ ਹੀ ਦੇਖਣਾ ਹੈ, ਉਹ ਉਹਨਾਂ ਦਾ ਪੈਸ਼ਨ ਹੈ, ਉਹ ਉਹਨਾਂ ਦਾ ਪ੍ਰੋਫੈਸ਼ਨ ਹੈ ਨਾ। ਤਾਂ ਪਰ ਸਗੋਂ ਉਹ ਇੱਕ ਬਹੁਤ ਹੀ ਰਿਸਪੈਕਟੇਬਲ ਜੌਬ ਹੈ। ਜੇ ਕਿਸੇ ਲੇਡੀ ਨੇ ਡਿਸੀਜਨ ਲਿਆ ਹੈ ਕਿ ਮੈਂ ਆਈ ਵਾਂਟ ਟੂ ਸਟੇ ਵਿਦ ਮਾਈ ਫੈਮਿਲੀ ਐਟ ਹੋਮ ਐਂਡ ਲੁੱਕ ਆਫਟਰ them, so one must respect like any other profession, this is also equally rather more respectable job. ਇਹ ਮੇਰਾ ਇਹੀ ਕੁਐਸਚਨ ਸੀਗਾ ਕਿ ਸਾਡਾ ਸਮਾਜ ਜਿਹੜਾ ਹੈਗਾ ਇਸ ਇੱਕ ਹਾਊਸ ਵਾਈਫ ਨੂੰ ਇਕੁਅਲ, ਜਿੱਦਾਂ ਇੱਕ ਆਪਾਂ ਕਹਿ ਲਈਏ ਕਿ ਸਰਵਿਸ ਹੈਗੀ ਆ, ਕੋਈ ਵੱਡੀ ਪੋਜੀਸ਼ਨ ਤੇ ਲੇਡੀ ਕੰਮ ਕਰ ਰਹੀ ਹੈ, ਜੌਬ ਕਰ ਰਹੀ ਆ, ਉਹਦੇ ਕੰਪੇਅਰ ਕਿਉਂ ਉਹ ਸਨਮਾਨ ਕਿਉਂ ਨਹੀਂ ਸਾਡੀ ਔਰਤ ਨੂੰ ਸਾਡਾ ਸਮਾਜ ਦੇ ਪਾਉਂਦਾ? ਕੀ ਰੀਜ਼ਨ ਹੈਗਾ ਆ ਕਿਉਂ ਕਿ ਇੱਕ ਹਾਊਸ ਵਾਈਫ, ਜਿਹੜਾ ਤੁਸੀਂ ਵੀ ਕਿਹਾ ਕਿ ਇਹ ਜੌਬ ਹਾਊਸ ਵਾਈਫ ਦੀ ਜਿਹੜੀ ਹੈਗੀ ਆ ਕੋਈ ਈਜ਼ੀ ਨਹੀਂ ਹੈਗੀ, ਘਰ ਨੂੰ ਮੇਨਟੇਨ ਰੱਖਣਾ, ਹਰ ਇੱਕ ਫੈਮਿਲੀ ਮੈਂਬਰ ਨੂੰ ਖੁਸ਼ ਰੱਖਣਾ, ਤੇ ਹਰ ਇੱਕ ਚੀਜ਼ ਔਨ ਟਾਈਮ ਦੇਣੀ ਆ, ਸਭ ਤੋਂ ਪਹਿਲਾਂ ਉੱਠਣਾ, ਸਭ ਤੋਂ ਬਾਅਦ ਵਿੱਚ ਜਾ ਕੇ ਸੌਣਾ, ਹਰ ਇੱਕ ਚੀਜ਼ ਬਾਖੂਬੀ ਨਿਭਾਉਣੀ ਪੈਂਦੀ ਹੈ। ਪਰ ਫਿਰ ਵੀ ਜਿਹੜਾ ਸਮਾਜ ਹੈਗਾ ਆ, ਭਾਵੇਂ ਆਪਣੇ ਘਰ ਦੇ ਵੀ ਕਈ ਵਾਰ ਕਹਿ ਦਿੰਦੇ ਆ ਕਿ ਸਾਰਾ ਦਿਨ ਕੀ ਕੀਤਾ ਹੈ ਨਾ, ਤੇ ਫਿਰ ਉਹ ਔਰਤ ਨੂੰ ਕਿਉਂ ਰਿਸਪੈਕਟ ਕਿਉਂ ਨਹੀਂ ਮਿਲਦੀ ਸਾਡੇ ਸਮਾਜ ਵੱਲੋਂ? ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਕਹਿੰਦੇ ਵੀ ਆਪਾਂ, ਜਦੋਂ ਤੁਸੀਂ ਆਪਣੀ ਇੱਜ਼ਤ ਕਰੋਗੇ ਤਾਂ ਦੁਨੀਆ ਇੱਜ਼ਤ ਕਰੇਗੀ। ਸ਼ਾਇਦ ਲੇਡੀਜ਼ ਦੇ ਵਿੱਚ ਇਹ ਥੋੜੀ ਅਵੇਅਰਨੈਸ ਘੱਟ ਹੈ, ਉਹਨਾਂ ਨੂੰ ਆਪਣੀ ਤਾਕਤ ਨਹੀਂ ਪਤਾ ਹੈ, ਨਹੀਂ ਪਤਾ। ਮੈਂ ਵੀ ਅਗਰ ਆਪਣੀ ਗੱਲ ਕਰਾਂ ਕਿ ਮੈਂ ਜਦ ਮੇਰੇ ਬੇਬੀਜ਼ ਹੋਏ ਆਫਟਰ ਮੈਰਿਜ 6 ਇਅਰਸ ਦੇ ਉਸ ਲੌਂਗ ਗੈਪ ਦੇ ਵਿੱਚ ਕੋਈ ਐਸਾ ਇੱਕ ਦਿਨ ਨਹੀਂ ਸੀ ਜਦੋਂ ਮੈਂ ਮਿਊਜ਼ਿਕ ਦਾ ਕੋਈ ਪੀਸ ਵੀ ਸੁਣਿਆ। ਅਵੇ ਫਰਮ ਮਿਊਜ਼ਿਕ, ਡਾਂਸ ਤਾਂ ਚਲੋ ਛੱਡੋ, ਮੈਂ ਮਿਊਜ਼ਿਕ ਤਾਂ ਨਹੀਂ ਸੀ ਤੱਕ, ਮਤਲਬ ਘਰ ਦੇ ਵਿੱਚ ਸਿਰਫ ਬੱਚਿਆਂ ਦੇ ਰਾਈਮਸ ਐਂਡ ਸੀਰੀਜ਼ ਹੈ ਨਾ। ਪਰ ਜਦੋਂ ਮੈਂ 6 ਸਾਲ ਬਾਅਦ ਆਈ ਕੇਮ ਬੈਕ है ना, थ्रू अ डांस कंपटीशन, कोई वन अ डांस कंपटीशन, इस तरह एक एंट्री सी, और सो आई रिकनेक्टेड माई सेल्फ, आई रिकनेक्टेड विद माई सेल्फ, है ना। मेरी एक जर्नी स्टार्ट हुई जिहदे च मैं अपने आप नूं जानिया। बाकी सारी जर्नी अपनी कोई अकैडमिक, बचपन तो पढ़ाई, चलो विआह हो गया, बच्चे हो गए, बच्चे नूं पढ़ाया है ना, पर जिहड़ी मेरी अपने आप दे नाल जर्नी सी ਉਹ ਉਦੋਂ ਸ਼ੁਰੂ ਹੋਈ ਜਦੋਂ ਮੈਂ ਆਪਣੇ ਆਪ ਨਾਲ ਜੁੜੀ। ਤਾਂ ਮੇਰੇ ਖਿਆਲ 'ਚ ਲੇਡੀਜ਼ ਨੂੰ ਆਪਣੇ ਆਪ ਨਾਲ ਜੁੜਨਾ ਇੱਕ ਐਸਾ ਮੋਮੈਂਟ ਜਦੋਂ ਤੁਸੀਂ ਨਾ ਕਿਸੇ ਦੀ ਮਾਂ ਹੋ, ਨਾ ਕਿਸੇ ਦੀ ਭੈਣ, ਨਾ ਕਿਸੇ ਦੀ ਬੇਟੀ, ਨਾ ਕਿਸੇ ਦੀ ਵਾਈਫ, ਸਿਰਫ ਤੁਸੀਂ ਹੋ। ਉਹ ਮੋਮੈਂਟ ਤੁਹਾਡੀ ਲਾਈਫ 'ਚ ਜਦੋਂ ਆਏਗਾ, ਤੁਸੀਂ ਆਪਣੇ ਬਾਰੇ ਜਾਣੋਗੇ। ਤੁਸੀਂ ਆਪਣੇ ਬਾਰੇ ਜਾਣੋਗੇ ਤਾਂ ਦੁਨੀਆ ਤੇ ਆਪੇ ਜਾਣੇਗੀ। ਵੈਸੇ ਅਸੀਂ ਫਿਕਰ ਨਹੀਂ ਕਰਨੀ ਚਾਹੀਦੀ ਦੁਨੀਆ ਦੇ ਕੋਈ ਜਾਣੇ ਤੁਹਾਡੇ ਬਾਰੇ। ਤੁਹਾਨੂੰ ਆਪਣਾ ਇਫ ਯੂ ਨੋ ਯੋਰ ਵਰਥ, ਤੁਹਾਨੂੰ ਆਪਣਾ ਵਰਥ ਪਤਾ ਹੈ,
ਦੁਨੀਆ ਨੂੰ ਵੀ ਪਤਾ ਚੱਲੇਗਾ। ਠੀਕ ਹੈ, ਬਟ ਇਹ ਹੋਏਗਾ ਤਦ ਜਦੋਂ ਜ਼ਿਆਦਾ ਤੋਂ ਜ਼ਿਆਦਾ ਲੇਡੀਜ਼, ਜਦੋਂ ਇੱਕ ਲਹਿਰ ਵਾਂਗੂ ਜਿਵੇਂ ਇਹ ਕੌਨਫੀਡੈਂਸ ਆਏਗਾ ਨਾ, ਹਜੇ ਲੇਡੀਜ਼ ਇਹ ਚੀਜ਼ ਆਪਣੇ ਆਪ ਨਾਲ ਕਨੈਕਟ ਨਹੀਂ ਹੋ ਰਹੀਆਂ, ਉਹਨਾਂ ਨੂੰ ਆਪਣੇ ਬਾਰੇ ਨਹੀਂ ਪਤਾ, ਉਹਨਾਂ ਦੀ ਆਪਣੀਆਂ ਅੰਦਰ ਕੀ ਸਟਰੈਂਥਸ ਹੈ, ਉਹਨਾਂ ਦੀਆਂ ਕਿੰਨੀ ਉਹਨਾਂ ਦੇ ਅੰਦਰ ਤਾਕਤ ਹੈ। ਮੈਂ ਅੱਜ ਤੱਕ ਬਸ ਆਪਣੇ ਆਪ ਨੂੰ ਐਕਸਪਲੋਰ ਕਰ ਰਹੀ ਹਾਂ, ਮੈਨੂੰ ਇਹ ਲੱਗ ਰਿਹਾ ਕਿ ਹਜੇ ਬਹੁਤ ਕੁਝ ਹੈ ਕਰਨਾ। ਠੀਕ ਹੈ, ਤਾਂ ਬਸ ਲੇਡੀਜ਼ ਨੂੰ ਇਹੀ ਚਾਹੀਦਾ ਹੈ ਕਿ ਆਪਣੇ ਅੰਦਰ ਦੇ ਨਾਲ ਕਨੈਕਟ ਕਰਨ, ਸਿਟ with yourself, connect with yourself, know your strength and let the world know you and know your strengths and the world will know you। ਬਿਊਟੀਫੁਲ। ਤੇ ਬਹੁਤ ਵਧੀਆ ਸੋਚ ਤੁਹਾਡੀ। ਜੇਕਰ ਹਰ ਇੱਕ ਆਪਾਂ ਕਹ ਲਈਏ ਔਰਤ ਦੀ ਸੋਚ ਇਦਾਂ ਦੀ ਹੋਵੇ, ਤੇ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ ਜਿੱਦਾਂ ਆਪਣੇ ਲੋਕ ਹਰ ਇੱਕ ਹੀ ਕਹਿ ਦਿੰਦੇ ਆ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਆ। ਕਿਤੇ ਵੀ ਜਾ ਕੇ ਭਾਵੇਂ ਸਰਵਿਸ ਨੂੰ ਲੈ ਕੇ ਕਹਿ ਲਈਏ, ਭਾਵੇਂ ਫੈਮਿਲੀਜ਼ ਦੇ ਵਿੱਚ ਹੀ ਆਪਾਂ ਜੇ ਗੱਲ ਕਰੀਏ, ਤੇ ਚਾਹੇ ਉਹ ਸੱਸ ਨੂੰਹ ਦੀ ਗੱਲ ਕਰ ਲਈਏ, ਚਾਹੇ ਦਰਾਣੀ ਜਠਾਣੀ ਦੀ ਗੱਲ ਕਰ ਲਈਏ, ਚਾਹੇ ਕੋਈ ਵੀ ਰਿਸ਼ਤੇ ਹੈਗੇ ਆ, ਕਿਤੇ ਨਾ ਕਿਤੇ ਜਿੱਦਾਂ ਇੱਕ ਜਿੱਦਾਂ ਘਰ ਦੇ ਵਿੱਚ ਜੇ ਔਰਤ ਵੈਲ ਐਜੂਕੇਟਡ ਹੈਗੀ ਆ, ਉਹ ਬਾਹਰ ਜੌਬ ਕਰ ਰਹੀ ਆ, ਤੇ ਜੇ ਆਪਾਂ ਗੱਲ ਕਰੀਏ ਕਿ ਇੱਕ ਹਾਊਸ ਵਾਈਫ ਆ, ਤੇ ਉੱਥੇ ਜੈਲਸ ਹੋਣੀ ਸਟਾਰਟ ਹੋ ਜਾਂਦੀ ਆ। ਜਾਂ ਕਈ ਵਾਰ ਘਰ ਦੇ ਵਿੱਚ ਲੋਕ ਵੀ ਜਿਹੜੇ ਹੈਗੇ ਆ, ਜਿਹੜੀ ਸਰਵਿਸ ਕਰਦੀ ਆ ਉਹਨੂੰ ਪ੍ਰਾਇੋਰਟੀ ਜ਼ਿਆਦਾ ਦੇ ਰਹੀ ਆ, ਉਹਨੂੰ ਅਟੈਂਸ਼ਨ ਜ਼ਿਆਦਾ ਦੇ ਰਹੀ ਆ, ਉਹਨੂੰ ਬਹੁਤ ਹੈ, ਪਰ ਜਿਹੜੀ ਘਰ ਦੇ ਵਿੱਚ ਹਾਊਸ ਵਾਈਫ ਹੈਗੀ ਆ ਉਹਨੂੰ ਉਹਨਾਂ ਮਾਨਤਾ ਨਹੀਂ ਮਿਲਦਾ, ਤੇ ਉੱਥੇ ਜਾ ਕੇ ਫਿਰ ਇੱਕ ਉਹ ਜੈਲਸ ਜਿਹੜੀ ਹੈਗੀ ਆ ਬਣਨੀ ਸ਼ੁਰੂ ਹੋ ਜਾਂਦੀ ਆ। ਤੇ ਕੀ ਖਿਆਲ ਤੁਹਾਡਾ ਆ ਕਿ ਇੱਦਾਂ ਸਾਡੀ ਫੈਮਿਲੀਜ਼ ਵਿੱਚੋਂ ਇੱਕ ਗੈਪ ਜਿਹੜੀ ਪੈਣੀ ਹੋ ਜਾਂਦੀ ਆ, ਤੇ ਜੈਲਸ ਸਟਾਰਟ ਹੋ ਜਾਂਦੀ ਹੈ ਇੱਕ ਦੂਜੇ ਨੂੰ? ਬਸ ਇਹਦਾ ਵੀ ਐਕਚੁਅਲੀ ਜਵਾਬ ਉਹੀ ਹੈ ਕਿ ਇਸ ਤਰ੍ਹਾਂ ਨਹੀਂ ਹੋਏਗਾ ਜਦ ਜੋ ਹਾਊਸ ਵਾਈਫ ਹੈ ਉਹ ਆਪਣਾ ਵਰਥ ਜਾਣਦੀ ਹੈ। ਨਹੀਂ ਹੋਏਗਾ। ਹੌਲੀ ਹੌਲੀ ਸ਼ੁਰੂ 'ਚ ਲੋਕਾਂ ਦੀ ਜੋ ਐਕਚੁਅਲੀ ਜੋ ਬਹੁਤ ਪੁਰਾਣੇ ਸਮੇਂ ਤੋਂ ਜੋ ਐਟੀਟਿਊਡਸ, ਜੋ ਸਾਡੇ ਮਾਈਂਡਸੈਟ ਬਣਿਆ ਹੋਇਆ ਨਾ, ਉਹਨੂੰ ਔਖਾ ਜ਼ਰੂਰ ਹੈ ਚੇਂਜ ਕਰਨਾ, ਬਟ ਇਹ ਨਹੀਂ ਹੈ ਕਿ ਉਹ ਨਹੀਂ ਹੋਏਗਾ ਕਦੀ ਚੇਂਜ। ਠੀਕ ਹੈ, ਆਪਾਂ ਕੌਨਫੀਡੈਂਸ ਨਾਲ ਕੁਝ ਵੀ ਕਰਦੇ ਆ ਨਾ, ਦੁਨੀਆ ਮੰਨਦੀ ਹੈ ਉਹਨੂੰ। ਸੋ ਇੱਕ ਹਾਊਸ ਵਾਈਫ ਵੀ ਹੈ, ਜੋ ਹਾਊਸ ਲੇਡੀ ਵੀ ਹੈ, ਜੋ ਜਿੰਨੇ ਉਹ ਡਿਸੀਜਨ ਲਿਆ ਕਿ ਮੈਂ ਘਰ ਰਹਿਣਾ, ਆਪਣੇ ਬੱਚਿਆਂ ਨੂੰ ਦੇਖਣਾ, ਬੱਚਿਆਂ ਨੂੰ ਪੜ੍ਹਾਉਣਾ ਹੈ, ਤਾਂ ਅਗਰ ਉਹ ਆਪਣੀ ਇੱਜ਼ਤ ਆਪ ਕਰਦੀ ਹੈ ਔਰ ਆਪਣੇ ਡਿਸੀਜਨ ਦੀ ਆਪ ਰਿਸਪੈਕਟ ਕਰਦੀ ਹੈ, ਦੂਸਰੀ ਦੁਨੀਆ ਨੂੰ ਵੀ ਝੁਕਣਾ ਹੀ ਪਏਗਾ। ਜਿਵੇਂ ਇੱਕ ਲੇਡੀ ਪ੍ਰੋਫੈਸ਼ਨ ਆਪਣੇ ਬਾਹਰ ਜਾ ਕੇ ਆਪਣਾ ਲੋਹਾ ਮਨਵਾਉਂਦੀ ਹੈ, ਇੱਕ ਹਾਊਸ ਵਾਈਫ ਵੀ ਆਪਣਾ ਲੋਹਾ ਮਨਵਾ ਸਕਦੀ ਹੈ। ਮੇਰਾ ਇਹ ਯਕੀਨ ਹੈ ਨਾ। ਟਾਈਮ ਜ਼ਰੂਰ ਲੱਗੇਗਾ, ਬਟ ਹੌਲੀ ਹੌਲੀ, ਜਿੱਦਾਂ ਤੁਸੀਂ ਦੇਖੋ ਪਹਿਲਾਂ ਕੁਝ ਅੱਜ ਤੋਂ ਕੋਈ 20-30 ਸਾਲ ਪਹਿਲਾਂ ਘਰ ਤੋਂ ਬਾਹਰ ਨਿਕਲ ਕੇ ਲੇਡੀ ਦਾ ਕੰਮ ਕਰਨਾ ਵੀ ਇੰਨਾ ਕੋਈ ਜ਼ਿਆਦਾ ਰਿਸਪੈਕਟ ਨਹੀਂ ਸੀ, ਹੈ ਨਾ, ਉਹਦੀ ਰਿਸਪੈਕਟ ਨਹੀਂ ਸੀ ਹੁੰਦੀ। ਉਹ ਵੀ ਹੋਣੀ ਸ਼ੁਰੂ ਹੋਈ ਨਾ, ਇਹ ਵੀ ਹੋਏਗੀ। ਸੋ ਲੇਡੀਜ਼ ਜੋ ਕਰਨਾ ਚਾਹੁੰਦੀਆਂ, ਲੇਡੀਜ਼ ਨਹੀਂ ਮੈਂ ਕਹੂੰਗੀ, ਜੋ ਵੀ ਇਨਸਾਨ ਜੋ ਵੀ ਕੁਝ ਕਰਨਾ ਚਾਹੁੰਦਾ ਹੈ, ਆਪਣਾ ਜਿਹੜੇ ਕੰਮ ਤੁਹਾਨੂੰ ਇੱਥੇ ਜਿਹਦੇ ਨਾਲ ਤੁਹਾਡੀ ਰੂਹ ਜੁੜਦੀ ਹੈ, ਉਹਨੂੰ ਆਪਣੀ ਪੂਰੀ 100% ਡੈਡੀਕੇਸ਼ਨ ਨਾਲ, ਪਿਆਰ ਨਾਲ, ਪੈਸ਼ਨ ਨਾਲ, ਇੱਕ ਪਰਪਸ ਨਾਲ ਕਰੋ, ਦੁਨੀਆ ਜ਼ਰੂਰ ਤੁਹਾਨੂੰ ਮੰਨੇਗੀ। ਤੇ ਲਾਸਟ ਕੁਐਸਚਨ ਮੈਂ ਤੁਹਾਨੂੰ ਪੁੱਛਦੀ ਹਾਂ, ਕਈ ਵਾਰ ਜਿੱਦਾਂ ਹਸਬੈਂਡ ਇੰਨਾ ਕੁਆਲੀਫਾਈਡ ਨਹੀਂ ਹੁੰਦਾ, ਜਾਂ ਕਿਸੇ ਕਾਰਨ ਕਰਕੇ ਉਹ ਬਾਹਰ ਜਿੱਦਾਂ ਸਰਵਿਸ ਜਾਂ ਜੌਬ ਜਿਹੜੀ ਹੈਗੀ ਆ ਉਹ ਕੰਟੀਨਿਊ ਨਹੀਂ ਕਰ ਸਕਦਾ, ਤੇ ਔਰਤ ਜਿਹੜੀ ਹੁੰਦੀ ਆ ਉਹਨੂੰ ਜਿਹੜਾ ਹੈਗਾ ਇਹ ਰੋਲ ਜਿਹੜਾ ਆਪਾਂ ਕੱਲੇ ਬ੍ਰੈਡ ਪਿਨਰ, ਘਰ ਦੇ ਖਰਚੇ ਜਿਹੜੇ ਹੈਗੇ ਚਲਾਉਣੇ, ਉਹ ਆਪਣੇ ਮੋਢਿਆਂ ਤੇ ਲੈ ਲੈਂਦੀ ਆ। ਉਸ ਸਿਚੁਏਸ਼ਨ ਦੇ ਵਿੱਚ ਕਈ ਵਾਰ ਸਮਾਜ ਜਿਹੜਾ ਹੈਗਾ ਆ ਮਰਦ ਨੂੰ ਤਾਨੇ ਮਾਰਨ ਲੱਗ ਜਾਂਦਾ ਕਿ ਤੂੰ ਔਰਤ ਦੀ ਕਮਾਈ ਖਾ ਰਿਹਾ ਜਾਂ ਕੁਛ ਆ। ਕਿ ਉਸ ਟਾਈਮ ਕਈ ਫੈਮਿਲੀਜ਼ ਵਿੱਚ ਇਦਾਂ ਵੀ ਹੋ ਜਾਂਦਾ ਕਿ ਗੈਪ ਬਹੁਤ ਬਣਨ ਲੱਗ ਜਾਂਦੀ ਹੈ। ਕਈ ਵਾਰ ਔਰਤ ਵੀ ਆਪਣੇ ਹਸਬੈਂਡ ਨੂੰ ਇਹ ਰੀਅਲਾਈਜ਼ ਕਰਾਉਣ ਲੱਗ ਜਾਂਦੀ ਹੈ ਕਿ ਮੈਂ ਕਮਾ ਰਹੀ ਹਾਂ, ਤੂੰ ਕੁਛ ਨਹੀਂ ਤਾਂ ਵੀ ਮਰਦ ਨੂੰ ਕਮਾ ਕੇ ਦੇਣਾ ਚਾਹੀਦਾ ਔਰਤ ਨੂੰ। ਉਸ ਬਾਰੇ ਤੁਹਾਨੂੰ ਕੀ ਖਿਆਲ ਹੈ ਇਹਨਾਂ ਚੀਜ਼ਾਂ ਬਾਰੇ? ਦੇਖੀਏ, ਇੱਥੇ ਤਾਂ ਫਿਰ ਇਹ ਹੈ ਕਿ ਸਭ ਤੋਂ ਇੰਪੋਰਟੈਂਟ ਹੈ ਹਸਬੈਂਡ ਵਾਈਫ ਦਾ ਕਨੈਕਸ਼ਨ। as long as husband wife ਦੀ ਆਪਸ 'ਚ ਅੰਡਰਸਟੈਂਡਿੰਗ ਹੈ, ਠੀਕ ਹੈ, ਬਾਹਰ ਦੀ ਦੁਨੀਆ ਜੋ ਮਰਜ਼ੀ ਕਹੇ, ਕਿਸੇ ਨੂੰ ਉਹਨਾਂ ਨੂੰ ਫਰਕ ਨਹੀਂ ਹੋਣਾ ਚਾਹੀਦਾ। ਪਰ ਹਾਂ, ਜਿੱਦਾਂ ਤੁਸੀਂ ਕਿਹਾ ਨਾ ਕਿ ਲੇਡੀ ਜਦੋਂ ਇਹ ਰਿਅਲਾਈਜ਼ ਕਰਾਉਣ ਲੱਗ ਜੇ, ਉਹ ਚੀਜ਼ ਫਿਰ ਠੀਕ ਨਹੀਂ ਹੈ। ਉਹਦੇ ਵਿੱਚ ਤਾਂ ਫਿਰ ਉਹੀ ਅਗੇਨ ਆ ਜਾਂਦੀ, ਜੇ ਆਪਾਂ ਸਾਰੀ ਦੁਨੀਆ ਦੇ ਐਟੀਟਿਊਡ ਠੀਕ ਕਰ ਰਹੇ ਹਾਂ, ਤੇ ਉੱਥੇ ਸਭ ਤੋਂ ਪਹਿਲਾਂ ਤਾਂ ਫਿਰ ਆਪਣਾ ਐਟੀਟਿਊਡ ਠੀਕ ਕਰਨਾ ਜ਼ਰੂਰੀ ਹੈ ਕਿ ਇਹ ਚੀਜ਼ ਨਹੀਂ ਹੈ। ਇਹ
ਉਸ ਟਾਈਮ ਸਾਨੂੰ ਇਹ ਵੀ ਹੈ ਕਿ ਜੇ ਮਰਦ ਅਗਰ ਸਪੋਜ਼ ਵਾਈਫ ਨੂੰ ਸਪੋਰਟ ਕਰ ਰਹੇ, ਚਲੋ ਵਾਈਫ ਦਾ ਰੋਲ ਜ਼ਿਆਦਾ ਹੈ ਫਾਈਨੈਂਸਿਸ ਦੇ ਵਿੱਚ, ਹਸਬੈਂਡ ਘਰ ਨੂੰ ਦੇਖ ਰਹੇ ਹੈ, ਤੇ ਉਹ ਵੀ ਇੱਕ ਰੋਲ ਹੈ ਜੋ ਬਹੁਤ ਇੰਪੋਰਟੈਂਟ ਹੈ ਜੋ ਉਹ ਕਰ ਰਹੇ ਹੈ। ਸੋ ਉਸ ਕਰਕੇ ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ। ਸੋ ਬੇਸਿਕਲੀ ਗੱਡੀ ਹੈ, ਗ੍ਰਸਤੀ ਦੀ ਗੱਡੀ ਹੈ, ਹਸਬੈਂਡ ਵਾਈਫ ਦੋਨੋਂ ਮਿਲ ਕੇ, ਹੁਣ ਕਿਸੇ ਇੱਕ ਨੇ ਫਾਈਨਾਂਸ ਦਾ ਰੋਲ ਲੈ ਲਿਆ, ਕਿਸੇ ਨੇ ਹੋਮ ਦਾ ਰੋਲ ਲੈ ਲਿਆ, ਤੇ ਉਹ ਤਾਂ ਪਰ ਇਹ ਟਿਊਨਿੰਗ ਹਸਬੈਂਡ ਵਾਈਫ ਦੀ ਚਾਹੀਦੀ ਕਿ ਕਿਹੜਾ ਰੋਲ ਕਿੰਨੇ ਲੈਣਾ ਹੈ, ਉਹਦੇ 'ਚ ਕੋਈ ਤੀਸਰਾ ਨਹੀਂ ਆਉਣਾ ਚਾਹੀਦਾ। ਤੋ ਚੱਲੇਗੀ ਗੱਡੀ, ਵਧੀਆ ਚੱਲੇਗੀ ਅਗਰ ਹਸਬੈਂਡ ਵਾਈਫ ਦੀ ਆਪਸ ਦੀ ਅੰਡਰਸਟੈਂਡਿੰਗ ਅੱਛੀ ਹੋਵੇ ਤਾਂ। ਬਹੁਤ ਵਧੀਆ। ਤੇ ਜਤਿੰਦਰ ਜੀ, ਗੱਲਾਂ ਤਾਂ ਜੀ ਕਰਦਾ ਹੋਰ ਵੀ ਕਰੀ ਜੇ, ਕਿਉਂਕਿ ਬਹੁਤ ਹੀ ਖੂਬਸੂਰਤ ਤੁਹਾਡੇ ਕੋਲੋਂ ਸਾਨੂੰ ਜਵਾਬ ਮਿਲ ਰਿਹਾ। ਬਹੁਤ ਉਮੀਦ ਕਰਦੇ ਹਾਂ ਕਿ ਸਾਡੇ ਦੋਸਤਾਂ ਨੇ ਬਹੁਤ ਕੁਝ ਗੱਲਾਂ ਦੇ ਵਿੱਚੋਂ ਸਿੱਖਿਆ ਹੋਊਗਾ। ਜਾਣ ਲੱਗੇ ਤੁਸੀਂ ਸਪੈਸ਼ਲੀ ਜਿੱਦਾਂ ਔਰਤਾਂ ਜਿਹੜੀਆਂ ਹੈਗੀਆਂ ਆ ਜਾਂ ਗਰਲਸ, ਕੁੜੀਆਂ ਜਿਹੜੀਆਂ ਆ ਕੋਈ ਵੀ ਪ੍ਰੋਫੈਸ਼ਨ ਚੂਜ਼ ਕਰਨਾ ਚਾਹੁੰਦੀਆਂ ਆ, ਕੋਈ ਘਰ ਦੇ ਵਿੱਚ ਵੀ ਬੈਠੀਆਂ ਜਿਹੜੀਆਂ ਹਾਊਸ ਵਾਈਫ ਵੀ ਹੈਗੀਆਂ, ਉਹਨਾਂ ਨੂੰ ਕੁਝ ਆਪਾਂ ਚਲੋ ਇਹ ਤਾਂ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਐਡਵਾਈਸ ਦੇਣੀ ਆ, ਇੱਕ ਕੁਝ ਮੈਸੇਜ ਜਿਹੜਾ, ਕਿਉਂਕਿ ਮੈਸੇਜ ਦੇ ਨਾਲ ਕਈ ਵਾਰ ਕਈਆਂ ਦੀ ਲਾਈਫ ਜਿਹੜੀ ਹੈ ਚੇਂਜ ਹੋ ਜਾਂਦੀ ਆ। ਸੋ ਮੇਰਾ ਮੈਸੇਜ ਆਪਣੀਆਂ ਸਾਰੀਆਂ ਭੈਣਾਂ ਨੂੰ ਇਹੀ ਹੈ ਕਿ ਆਪਣੇ ਅੰਤਰ ਮਨ ਦੇ ਨਾਲ ਕਨੈਕਟ ਕਰਨਾ, ਆਪਣੀ ਸ਼ਕਤੀ ਨੂੰ ਪਛਾਣਨਾ। ਤੁਸੀਂ ਪਛਾਣੋਗੇ, ਤੁਸੀਂ ਆਪਣੇ ਆਪ ਨੂੰ ਸਮਝੋਗੇ, ਸਾਰੀ ਦੁਨੀਆ ਤੁਹਾਨੂੰ ਸਮਝੇਗੀ। ਠੀਕ ਹੈ, ਆਪਣਾ ਜਿਸ ਵੀ ਚੀਜ਼ ਨਾਲ ਤੁਸੀਂ ਕਨੈਕਟ ਕਰਦੇ ਹੋ ਉਹਦੇ ਲਈ ਟਾਈਮ ਕੱਢੋ, ਉਹਨੂੰ ਰਿਸਪੈਕਟ ਕਰੋ, ਉਸ ਚੀਜ਼ ਦਾ ਰਿਆਜ਼ ਕਰੋ। ਜੇ ਤੁਸੀਂ ਕਿਸੇ ਪਰਫਾਰਮਿੰਗ ਆਰਟ 'ਚੋਂ ਉਹਨੂੰ ਟਾਈਮ ਦਿਓ, ਜਸਟ ਲਾਈਕ ਯੂ ਗਿਵ ਟਾਈਮ ਟੂ ਯੂਰ ਕਿਡਸ, ਟੂ ਯੂਰ ਫੈਮਿਲੀ, ਆਪਣੇ ਉਸ ਚੀਜ਼ ਨੂੰ ਵੀ ਟਾਈਮ ਦਿਓ। ਜੋ ਵੀ ਤੁਸੀਂ ਜਿਸ ਵੀ ਪ੍ਰੋਫੈਸ਼ਨ 'ਚ ਹੋ, ਇੱਕ ਟਾਈਮ ਦਿਨ ਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਕੱਢੋ ਜਦੋਂ ਤੁਸੀਂ ਕੁਝ ਨਹੀਂ ਹੋ, ਹੋਰ ਕੁਝ ਨਹੀਂ ਹੋ, ਸਿਰਫ ਆਪਣੇ ਆਪ ਦੇ। ਸਪਿਰਿਚੁਅਲਿਟੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨਾਲ, ਆਪਣੇ ਈਸ਼ਟ ਦੇਵ ਦੇ ਨਾਲ ਤੁਸੀਂ ਜੁੜੋ। ਜਦੋਂ ਆਪਾਂ ਆਪਣੇ ਅੰਦਰ ਬੈਠ ਕੇ ਚਿੰਤਨ ਕਰਦੇ ਹਾਂ, ਸਾਨੂੰ ਬਹੁਤ ਕੁਝ ਮਿਲਦਾ ਹੈ। ਠੀਕ ਹੈ, ਸਾਨੂੰ ਰਸਤੇ ਵੀ ਆਪਣੇ ਆਪ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹੈ, ਔਰ ਮੁਸ਼ਕਿਲਾਂ ਵੀ ਹੌਲੀ ਹੌਲੀ ਆਪਣੇ ਆਪ ਆਸਾਨ ਹੋਣੀਆਂ ਸ਼ੁਰੂ ਹੋ ਜਾਂਦੀਆਂ। ਬਸ ਤੁਸੀਂ ਇੱਕ ਗੋਲ, ਇੱਕ ਲਕਸ਼, ਇੱਕ ਸਾਹਮਣੇ ਆਪਣੇ ਇੱਕ ਟਾਰਗੇਟ ਜ਼ਰੂਰ ਰੱਖੋ ਕਿ ਆਈ ਵਾਂਟ ਟੂ ਡੂ ਦਿਸ। Say it every day to yourself, positive affirmations, I want to do this and I'll do this, and you will definitely be able to do this without doubt. ਜਤਿੰਦਰ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਤੇ ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਅਸ। Thank you so much for having me on the show. Thank you so much. Thank you all. Thank you all. ਤੇ ਦੋਸਤੋ, ਜਤਿੰਦਰ ਜੀ ਦੇ ਨਾਲ ਕੀਤੀ ਗੱਲਬਾਤ ਉਮੀਦ ਕਰਦੀ ਹਾਂ ਤੁਹਾਨੂੰ ਆਈ ਹੋਗੀ ਪਸੰਦ। ਤੇ ਇਦਾਂ ਦੇ ਹੋਰ ਵੀ ਸ਼ੋਅ ਦੇਖਣ ਵਾਸਤੇ ਜੁੜੇ ਰਹੋ ਵੌਇਸ ਆਫ ਪੰਜਾਬ ਦੇ ਨਾਲ। ਨੈਕਸਟ ਟਾਈਮ ਮਿਲਦੇ ਹਾਂ ਕਿਸੇ ਹੋਰ ਖੂਬਸੂਰਤ ਸ਼ਖਸੀਅਤ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਦੋਸਤੋ।